किसान वीरों ते भैनों जय हिंद। लैके हाजिर हाँ तुहाडा अपना प्रोग्राम मेरा पिंड मेरे खेत। जिवें तुसीं जानदे ही हो कि असीं ਵੱਖ-ਵੱਖ ਦਿਨਾਂ 'ਚ ਵੱਖ-ਵੱਖ ਵਿਸ਼ਿਆਂ ਤੇ ਵੱਖ-ਵੱਖ ਮਾਹਰਾਂ ਨਾਲ ਗੱਲਬਾਤ ਕਰਦੇ ਹੀ ਰਹਿੰਦੇ ਹਾਂ। ਇਸੇ ਲੜੀ 'ਚ ਅੱਜ ਸਾਡੇ ਕੋਲ ਨੇ ਡਾਕਟਰ ਅਮਰੀਕ ਸਿੰਘ। ਡਾਕਟਰ ਸਾਹਿਬ ਜੈ ਹਿੰਦ ਜੀ। ਜੈ ਜੀ, ਜੈ ਜੀ। ਲਾਟੀ ਸਾਹਿਬ ਜੈ ਜੀ, ਜੈ ਜੀ, ਕੀ ਹਾਲ ਚਾਲ ਆ? ਵਧੀਆ ਵਧੀਆ, ਤੁਸੀਂ ਸੁਣਾਓ ਠੀਕ ਠਾਕ ਹੋ? ਮੈਂ ਕਿਹਾ ਚੁੱਪਚਾਪ ਹੀ ਅਸੀਂ ਜਾਂਦੇ ਆ। ਲਓ ਮਹਾਰਾਜ, ਗੱਲ ਇਹ ਆ ਕਿ ਮੈਂ ਦੇਖਣ ਡਿਆ ਸੀ ਵੀ ਡਾਕਟਰ ਸਾਹਿਬ ਬੜੇ ਤੁਹਾਡੇ ਕੋਲ ਆਏ ਅੱਜ ਤੇ ਜਾਣਕਾਰੀਆਂ ਲੈ ਕੇ ਆਏ ਆ। ਬਿਲਕੁਲ ਤੇ ਬਿਲਕੁਲ ਉਹ ਜਾਣਕਾਰੀ ਵੀ ਆਪਾਂ ਲੈਣੀ ਹੈ ਬਿਲਕੁਲ ਲੈਣੀ ਹੈ। ਤੇ ਗੱਲ ਇਹ ਆ ਵੀ ਇਹ ਡਾਕਟਰ ਅਮਰੀਕ ਸਿੰਘ ਜੀ ਇਹ ਆਏ ਆ ਗੁਰਦਾਸਪੁਰ। ਕੀ ਬਾਤ ਹੈ। ਜ਼ਿਲ੍ਹਾ ਸਿਖਲਾਈ ਅਫਸਰ ਆ ਉੱਥੇ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਜੀ। ਸੇਵਾਵਾਂ ਗੁਰਦਾਸਪੁਰ ਨੇ ਪਾ ਰਹੇ। ਕੀ ਬਾਤ। ਇਹਨਾਂ ਨਾਲ ਤੇ ਅੱਜ ਗੱਲਬਾਤ ਕਰਨੀ ਬਿਲਕੁਲ ਕਰਨੀ ਜੀ, ਆ। ਖੁਸ਼ਾਮਦੀਦ ਜੀ। ਹਾਂ ਬਿਲਕੁਲ ਜੀ ਆਇਆਂ ਨੂੰ ਤੇ ਹੈ ਹੀ ਆ ਜੀ। ਬਹੁਤ ਸ਼ੁਕਰੀਆ। ਹੋਰ ਤੁਸੀਂ ਸੁਣਾਓ? ਬਸ ਮਿੱਠਾ ਸਿੰਘ ਜੀ, ਗੱਲ ਇਹ ਹੈ ਕਿ ਜਦੋਂ ਆਲੇ ਦੁਆਲੇ ਝਾਤ ਮਾਰੀ ਦੀ ਹੈ ਜੀ ਤੇ ਇਹ ਜ਼ਿਹਨ ਚ ਆਉਂਦਾ ਕਿ ਖੇਤੀ ਦੇ ਵਿੱਚ ਸਮੱਸਿਆਵਾਂ ਬੜੀਆਂ ਬਹੁਤ ਨੇ ਤੇ ਉਹਨਾਂ ਸਮੱਸਿਆਵਾਂ ਦਾ ਹੱਲ ਮੈਂ ਸਮਝਦਾ ਇੱਕ ਤੇ ਇਹ ਹੈ ਕਿ ਆਪਾਂ ਇਕਜੁੱਟ ਹੋ ਜਾਈਏ, ਬਿਲਕੁਲ ਪਰਿਵਾਰ ਇਕੱਠਾ ਹੋ ਜਾਵੇ। ਬਿਲਕੁਲ। ਉਹ ਵੇਲੇ ਗਏ ਕਿ ਲਓ ਜੀ ਮੈਂ ਕੰਮ ਕਰਨ ਡਿਆ ਤੇ ਤੂੰ ਹੁਣ ਘਰ ਸਾਂਭ। ਹਾਂ ਮੈਂ ਭੈਣਾਂ ਦੀ ਗੱਲ ਕਰਨ ਡਿਆ ਜੀ ਜੀ। ਤੇ ਹੁਣ ਤੇ ਜਿਸ ਤਰ੍ਹਾਂ ਦਾ ਮਾਹੌਲ ਚੱਲਣ ਡਿਆ ਸਾਰਿਆਂ ਨੂੰ ਇਕੱਠੇ ਹੋ ਕੇ ਆਪਾਂ ਟਾਕਰਾ ਕਰਾਂਗੇ ਸਮੱਸਿਆਵਾਂ ਤੇ ਫਿਰ ਉਸ ਸਮੱਸਿਆ ਦਾ ਹੱਲ ਨਿਕਲਣਾ। ਸਾਡੇ ਕਹਿਣ ਦਾ ਮਤਲਬ ਇਹ ਆ ਵੀ ਪੂਰਾ ਟੱਬਰ ਕੰਮ ਕਰੇ ਔਰ ਔਰਤਾਂ ਦੀ ਸ਼ਮੂਲੀਅਤ ਵੀ ਦੂਣ ਸਵਾਈ ਹੋਵੇ। ਆ ਜਿਹੜੀ ਤੁਸੀਂ ਗੱਲ ਕੀਤੀ ਆ ਨਾ ਵੀ ਔਰਤਾਂ ਦੀ ਸ਼ਮੂਲੀਅਤ ਦੂਣ ਸਵਾਈ ਹੋਵੇ, ਇਹ ਬਹੁਤ ਥਾਵਾਂ ਤੇ ਹੈ ਵੀ, ਪਰ ਅਜੇ ਵੀ ਕਿਤੇ ਨਾ ਕਿਤੇ ਮੈਂ ਦੇਖਣਾ ਕਿ ਆਪਾਂ ਨਾ ਥੋੜਾ ਜਿਹਾ ਊਣਤਾਈ ਹੈਗੀ, ਉਹਨੂੰ ਸੁਧਾਰਨ ਦੀ ਜ਼ਰੂਰਤ ਹੈ। ਸੁਧਾਰਨ ਦੀ ਜ਼ਰੂਰਤ ਆ। ਮੈਂ ਤੇ ਅੱਗੇ ਵੀ ਆਪਾਂ ਗੱਲ ਕਰਦੇ ਹੁੰਨੇ ਆ ਬਈ ਇਹ ਆਪਣਾ ਔਰਤਾਂ ਜਿਹੜੀਆਂ ਆ ਨਾ ਇਹਨਾਂ ਦਾ ਯੋਗਦਾਨ ਇੱਕ ਵੱਖ ਤਰ੍ਹਾਂ ਦਾ ਹੈਗਾ। ਇਹ ਫਾਇਦੇਮੰਦ ਬਹੁਤ ਆ ਜੀ, ਹੈ ਨਾ। ਇਹਨਾਂ ਨੇ ਹਿਸਾਬ ਕਿਤਾਬ ਡਾਕਟਰ ਸਾਹਿਬ ਪੂਰਾ ਰੱਖ ਲੈਣਾ। ਉਹਨਾਂ ਹਿਸਾਬ ਕਿਤਾਬ ਬੰਦੇ ਨਹੀਂ ਰੱਖ ਸਕਦੇ ਜਨਾਨੀ ਰੱਖ ਸਕਦੀ ਜਿੰਨਾ ਔਰਤਾਂ ਰੱਖਦੀਆਂ ਹੈ ਨਾ। ਖਰਚੇ ਦਾ ਹਿਸਾਬ ਕਿਤਾਬ, ਆਮਦਨ ਦਾ ਹਿਸਾਬ ਕਿਤਾਬ, ਇਹਦੇ ਤੋਂ ਇਲਾਵਾ ਖੇਤੀਬਾੜੀ 'ਚ ਹੋਰ ਇੰਨੇ ਕੰਮ ਨੇ ਜਿਹੜੀਆਂ ਸਾਡੀਆਂ ਬੀਬੀਆਂ ਕਰਦੀਆਂ ਨੇ ਔਰ ਕਰਨਗੀਆਂ। ਔਰ ਮੈਂ ਸਮਝਣਾ ਕਿ ਇੱਕ ਬੜਾ ਮਹੱਤਵਪੂਰਨ ਕੰਮ ਜਿਹੜਾ ਕਿ ਆਪਾਂ ਅਣਗੌਲਿਆਂ ਕਰ ਦਿੰਨੇ ਆ। ਜੀ ਜੀ। ਪਿੰਡਾਂ 'ਚ ਸਾਡੇ ਕੋਲ ਥਾਵਾਂ ਬਥੇਰੀਆਂ, ਸੁੱਖ ਨਾਲ ਘਰ ਵੀ ਨੇ, ਖੂਹ ਵੀ ਨੇ, ਤੇ ਉੱਥੇ ਕਿਉਂ ਨਾ ਆਪਾਂ ਸਬਜ਼ੀਆਂ ਲਾਈਏ, ਕੋਈ ਫਲ ਫਰੂਟ ਲਾ ਦਈਏ। ਔਰ ਇਹ ਕੰਮ ਜਿਹੜਾ ਹੈ ਇਹ ਮੁਹਿੰਮ ਸਾਂਭਣ ਸਾਡੀਆਂ ਭੈਣਾਂ ਬੀਬੀਆਂ ਸਾਂਭਣ ਤੇ ਘਰੇਲੂ ਬਗੀਚੀ ਮੈਂ ਕਿਹਾ ਬੱਲੇ ਬੱਲੇ ਹੋ ਸਕਦੀ ਹੈ। ਨਾਲੇ ਕੋਈ ਸਬਜ਼ੀ ਨੂੰ ਆਵਾਜ਼ ਮਾਰਨ ਦੀ ਲੋੜ ਨਹੀਂ, ਸਬਜ਼ੀ ਵਾਲਿਆਂ ਨੂੰ ਆਪਣਾ ਘਰ ਦਾ ਕੰਮ ਤੇ ਜੈਵਿਕ ਖੇਤੀ। ਬਿਲਕੁਲ। ਨਾਲੇ ਪੁੰਨ ਤੇ ਨਾਲੇ ਫਲੀਆਂ। ਗੱਲ ਪਤਾ ਕੀ ਆ, ਇਹ ਮੈਂ ਵੀ ਵੇਖਿਆ ਡਾਕਟਰ ਸਾਹਿਬ ਜਿਨ੍ਹਾਂ ਕੋਲ ਪੈਲੀ ਨਹੀਂ ਹੈਗੀ ਨਾ ਜੀ, ਉਹ ਬੀਬੀਆਂ ਵੀ ਖੇਤੀਬਾੜੀ 'ਚ ਯੋਗਦਾਨ ਬਹੁਤ ਪਾ ਰਹੀਆਂ ਨੇ, ਸਵੈ ਰੋਜ਼ਗਾਰ ਗਰੁੱਪ ਬਣਾ ਕੇ। ਜੀ ਬਿਲਕੁਲ ਬਿਲਕੁਲ ਸਹੀ ਗੱਲ। ਇਹ ਦੇਖੋ ਤੁਸੀਂ ਵੀ ਉਹ ਆਪਣਾ ਖੇਤੀਬਾੜੀ 'ਚੋਂ ਵਸਤਾਂ ਲੈਂਦੀਆਂ, ਬਿਲਕੁਲ ਉਹਨਾਂ ਨੂੰ ਫਿਰ ਅੱਗੋਂ ਹੋਰ ਜਿਹੜੇ ਪਦਾਰਥ ਬਣਾ ਕੇ ਉਹ ਵੇਚਦੀਆਂ। ਕਹਿਣ ਦਾ ਮਤਲਬ ਇਹ ਆ ਵੀ ਔਰਤਾਂ ਦਾ ਖੇਤੀਬਾੜੀ 'ਚ ਯੋਗਦਾਨ ਹੈ ਔਰ ਇਹ ਹਮੇਸ਼ਾ ਹੀ ਰਹੇਗਾ। ਅੱਜ ਜਿਹੜਾ ਅਸੀਂ ਫਾਇਦਾ ਲੈਣਾ ਡਾਕਟਰ ਸਾਹਿਬ ਬਿਲਕੁਲ ਜੀ, ਡਾਕਟਰ ਸਾਹਿਬ ਗੁਰਦਾਸਪੁਰੋਂ ਚੱਲ ਕੇ ਆਏ ਆਪਣੇ ਕੋਲ। ਬਿਲਕੁਲ। ਇਹਨਾਂ ਨਾਲ ਅੱਜ ਗੱਲ ਕਰਨੀ ਆ ਵੀ ਮੌਸਮ 'ਚ ਆ ਰਹੀ ਤਬਦੀਲੀ ਤੇ ਕਿਸਾਨਾਂ ਲਈ ਤਕਨੀਕਾਂ। ਕੀ ਬਾਤ ਹੈ। ਆ ਸਾਡਾ ਅੱਜ ਵਿਸ਼ਾ ਹੈ ਕਿਸਾਨ ਵੀਰੋ ਤੇ ਭੈਣੋ। ਇਹਦੇ ਤੇ ਅਸੀਂ ਅੱਜ ਡਾਕਟਰ ਅਮਰੀਕ ਸਿੰਘ ਹਨਾਂ ਨਾਲ ਗੱਲਬਾਤ ਕਰਾਂਗੇ। ਬਿਲਕੁਲ ਡਾਕਟਰ ਸਾਹਿਬ ਜੀ, ਸਭ ਤੋਂ ਪਹਿਲਾਂ ਇਹੋ ਹੀ ਦੱਸੀਏ ਬਈ ਇਹ ਜਿਹੜੇ ਮੌਸਮ 'ਚ ਤਬਦੀਲੀ ਆ ਰਹੀ ਆ ਹੈ ਨਾ, ਇਹਦਾ ਪਤਾ ਹੀ ਨਹੀਂ ਲੱਗਦਾ। ਬਿਲਕੁਲ ਕਿਹੜੇ ਵੇਲੇ ਠੰਡ ਪੈ ਜਾਣੀ ਆ, ਕਿਹੜੇ ਵੇਲੇ ਆਪਣਾ ਬਾਰਿਸ਼ਾਂ ਹੋ ਜਾਣੀਆਂ, ਕਿਹੜੇ ਵੇਲੇ ਚੰਗੀ ਧੁੱਪ ਨਿਕਲ ਜਾਣੀ ਆ। ਇਹ ਜਿਹੜੀ ਤਬਦੀਲੀ ਆ ਰਹੀ ਆ ਔਰ ਬਹੁਤ ਜ਼ਿਆਦਾ ਆ ਰਹੀ ਆ, ਇਹਦੇ ਕੀ ਸੋਚਦੇ ਹੋ ਵੀ ਕੀ ਕਾਰਨ? ਸੋ ਮਿੱਠਾ ਸਿੰਘ ਜੀ, ਗੱਲ ਇਹ ਹੈ ਕਿ ਜੇਕਰ ਇਹਦੇ ਕਾਰਨ ਦੇਖੀਏ ਮੌਸਮੀ ਤਬਦੀਲੀਆਂ ਦੀ ਤੇ ਬਹੁਤ ਸਾਰੇ ਕਾਰਨ ਹੈ ਕਿ ਇੱਕ ਤਾਂ ਹੈਗੇ ਨੈਚੁਰਲ, ਇੱਕ ਹੈਗੇ ਆ ਜਿਹੜੇ ਆਦਮੀ ਵੱਲੋਂ ਬਣਾਏ ਗਏ ਆ। ਜੇ ਆਪਾਂ ਜਿਹੜੇ ਨੈਚੁਰਲ ਤੇ ਦੇਖੀਏ ਤੇ ਉਹਦੇ ਵਿੱਚ ਕਲਾਈਮੇਟ ਜਿਹੜੀ ਤੁਹਾਡੀਆਂ ਟੈਂਪਰੇਚਰ ਆ ਵਾਧਾ ਵਾ ਜਾਂ ਬਰਸਾਤਾਂ ਹੁੰਦੀਆਂ ਨੇ ਜਾਂ ਹੋਰ ਕਈ ਕਾਰਨ ਨੇ। ਪਰ ਜਿਹੜੇ ਮਨੁੱਖ ਵੱਲੋਂ ਬਣਾਏ ਗਏ ਨੇ ਉਹਦੇ ਵਿੱਚ ਡੀਫੋਰੈਸਟ੍ਰੇਸ਼ਨ ਜਿਹੜੀ ਜੰਗਲਾਂ ਦੀ ਕਟਾਈ ਆ ਸਭ ਤੋਂ ਵੱਡਾ ਕਾਰਨ ਇਹ ਆ। ਇੰਡਸਟਰੀਲਾਈਜੇਸ਼ਨ ਜਿਹੜੀ ਉਦਯੋਗੀਕਰਨ ਆ, ਸ਼ਹਿਰੀਕਰਨ ਆ, ਫਿਰ ਸਾਡੀ ਟ੍ਰੈਫਿਕ ਜਿੰਨੀ ਵੱਧ ਗਈ ਆ, ਇਸੇ ਤਰ੍ਹਾਂ ਸਾਡੀ ਜਿਹੜੇ ਆ ਤੁਹਾਡੇ ਫਸਲਾਂ ਦੀ ਰਹਿੰਦ ਖੂੰਹਦ ਆ ਉਹਨੂੰ ਜਿਹੜਾ ਵਾ ਅੱਗ ਲੱਗਣੀ, ਉਹਦੇ ਵਿੱਚੋਂ ਗੈਸਾਂ ਨਿਕਲਣੀਆਂ। ਫਿਰ ਸਾਡਾ ਜਿਹੜਾ ਕੱਦੂ ਵਾਲਾ ਜਿਹੜਾ ਝੋਨਾ ਉਹਦੇ ਵਿੱਚੋਂ ਗੈਸਾਂ ਮੀਥਨ ਗੈਸ ਜਿਹੜੀ ਆਪਾਂ ਗ੍ਰੀਨ ਹਾਊਸ ਗੈਸ ਆ ਉਹ ਨਿਕਲਣੀ ਆ। ਇਹ ਸਾਰਾ ਵਰਤਾਰਾ ਜਿਹੜਾ ਵਾ ਜਿੰਨਾ ਵੀ ਆ ਇਹ ਜਿਹੜੀ ਕਲਾਈਮੇਟ ਚੇਂਜ ਜਿਹੜੀ ਮੌਸਮੀ ਤਬਦੀਲੀਆਂ ਉਹਦੇ ਵਿੱਚ ਯੋਗਦਾਨ ਪਾ ਰਿਹਾ ਵਾ। ਕਿਉਂਕਿ ਅੱਜ ਦੇਖੋ ਕਿ ਇਹ ਨਹੀਂ ਕਿ ਹੁਣ ਦੀ ਗੱਲ ਆ,
ਅੱਜ ਤੋਂ 15-20 ਸਾਲ ਪਹਿਲਾਂ ਦੀ ਗੱਲ ਹੈ ਕਿ ਜਦੋਂ ਜਿਹੜੀ FAO ਆ, ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਜੀ ਆ, ਜੀ ਉਹਦੇ ਵੱਲੋਂ ਇੱਕ ਮੀਟਿੰਗ ਕਰਕੇ ਇਹ ਚੇਤਾਵਨੀ ਦਿੱਤੀ ਗਈ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਤਬਦੀਲੀਆਂ ਆਉਣਗੀਆਂ, ਜਿਹਦੇ ਵਿੱਚ ਕਿਹੜੀਆਂ ਬਾਰਿਸ਼ ਜਿਹੜੀ ਆ ਉਹ ਮਤਲਬ ਕਿ ਅਨਿਯਮਿਤ ਹੋ ਜਾਏਗੀ। ਵੀ ਜਦੋਂ ਬਾਰਿਸ਼ ਦੀ ਲੋੜ ਹੋਏਗੀ ਉਦੋਂ ਨਹੀਂ ਪਏਗੀ, ਜਦੋਂ ਨਹੀਂ ਲੋੜ ਹੋਏਗੀ ਉਦੋਂ ਪਏਗੀ, ਤੇ ਹੋ ਵੀ ਉਹੀ ਰਿਹਾ ਵਾ। ਤਾਪਮਾਨ ਦੇ ਵਿੱਚ ਵਾਧਾ ਇੰਨਾ ਹੋ ਜਾਏਗਾ, ਵਾਧਾ ਹੋਊਗਾ ਕਿ ਉਹਦੇ ਵਿੱਚ ਜਿਹੜਾ ਵਾ ਸਾਡੀ ਫਸਲਾਂ ਦਾ ਝਾੜ ਜਿਹੜਾ ਵਾ ਉਹ ਘਟੇਗਾ। ਸੋ ਇਹ ਵੀ ਕੁਝ ਹੋ ਰਿਹਾ, ਵਾਪਰਿਆ ਵਾ, ਪਿਛਲੇ ਸਾਲ ਵੀ ਦੇਖਿਆ ਵਾ, ਇਸ ਸਾਲ ਵੀ ਦੇਖਿਆ ਸੀ। ਸੋ ਇਹ ਤਬਦੀਲੀਆਂ ਜਿਹੜੀਆਂ ਨੇ ਇਹ ਭਵਿੱਖ ਦੀ ਖੇਤੀਬਾੜੀ ਲਈ ਖਤਰਾ ਵਾ, ਇੱਕ ਘਾਤਕ ਆ। ਸੋ ਮਿੱਠਾ ਸਿੰਘ ਜੀ, ਬੜੀ ਗੱਲ ਬਿਲਕੁਲ ਇਹਨਾਂ ਨੇ ਦਰੁਸਤ ਫਰਮਾਈ ਹੈ ਕਿ ਜਿਹੜੀ ਕਾਰਨ ਨੇ ਨਾ ਉਹ ਕਿਤੇ ਨਾ ਕਿਤੇ ਸਾਡੀਆਂ ਆਪਣੀਆਂ ਗਲਤੀਆਂ ਨੇ, ਹੈਨਾ। ਅਸੀਂ ਜੰਗਲਾਂ ਦੀ ਪਰਵਾਹ ਨਹੀਂ ਕੀਤੀ, ਅਸੀਂ ਬੇਤਹਾਸ਼ਾ ਟਰਾਂਸਪੋਰਟ ਦੇ ਸਿਸਟਮ ਸ਼ੁਰੂ ਕਰਤੇ, ਆਬਾਦੀ ਵਧਣ ਡਈ ਏ, ਫਿਰ ਸ਼ਹਿਰਾਂ 'ਚ ਕਿੰਨੀਆਂ ਬਿਲਡਿੰਗਾਂ ਬਣਨ ਡਈਆਂ ਹੈਨਾ, ਔਰ ਧਰਤੀ ਹੇਠਲੇ ਪਾਣੀ ਦੀ ਬੇਪਰਵਾਹ ਵਰਤੋਂ ਅਸੀਂ ਕੀਤੀ ਏ। ਸੋ ਸਾਰਾ ਕੁਝ ਦੇਖੋ ਕੁਦਰਤ ਫਿਰ ਆਪਣਾ ਰੰਗ ਵਿਖਾਉਂਦੀ ਏ। ਅੱਛਾ, ਹੁਣ ਡਾਕਟਰ ਅਮਰੀਕ ਸਿੰਘ ਜੀ, ਤੁਸੀਂ ਜ਼ਿਲ੍ਹਾ ਸਿਖਲਾਈ ਅਫਸਰ ਹੋ, ਮੈਂ ਸਮਝਦਾ ਕਿ ਤੁਸੀਂ ਮਾਹਿਰ ਹੋ ਔਰ ਤੁਸੀਂ ਕਿਸਾਨਾਂ ਨਾਲ ਕਾਫੀ ਜੁੜੇ ਵੀ ਹੋਏ ਹੋ। ਅੱਛਾ, ਹੁਣ ਗੱਲ ਆਉਂਦੀ ਏ ਕਿ ਖੇਤੀਬਾੜੀ, ਦੇਖੋ ਸਾਡਾ ਮੁੱਖ ਕਿੱਤਾ ਖੇਤੀਬਾੜੀ ਹੈ, ਬਿਲਕੁਲ, ਤੇ ਖੇਤੀਬਾੜੀ ਤੇ ਇਹਦਾ ਪ੍ਰਭਾਵ ਵੀ ਪੈਂਦਾ ਹੋਏਗਾ। ਉਹ ਖੇਤੀਬਾੜੀ ਤੇ ਹੈ ਹੀ ਸਿੱਧੀ ਕੁਦਰਤੀ ਹੈ ਹੈਨਾ, ਕੁਦਰਤ ਅਗਰ ਮਿਹਰਬਾਨ ਹੈ ਤੇ ਖੇਤੀਬਾੜੀ ਸਾਡੀ ਵਧੀਆ ਹੈ। ਸੋ ਖੇਤੀਬਾੜੀ ਤੇ ਕਿਹੜੇ ਮਾੜੇ ਪ੍ਰਭਾਵ ਪੈਂਦੇ ਨੇ ਇਸ ਮੌਸਮ ਦੀ ਤਬਦੀਲੀ ਕਰਕੇ? ਗੁਲਾਟੀ ਸਾਹਿਬ, ਜੇਕਰ ਅਸੀਂ ਖੇਤੀਬਾੜੀ ਦੇ ਉੱਤੇ ਮਾੜੇ ਪ੍ਰਭਾਵ, ਜਿਹੜੇ ਬੁਰੇ ਪ੍ਰਭਾਵ ਉਹਨੂੰ ਦੇਖੀਏ, ਜਿਹੜੇ ਕਲਾਈਮੇਟ ਚੇਂਜ ਹੋ ਰਹੀ ਆ, ਮੌਸਮੀ ਤਬਦੀਲੀਆਂ ਹੋ ਰਹੀਆਂ ਨੇ, ਸਭ ਤੋਂ ਵੱਡਾ ਇਹ ਹੈ ਕਿ ਸਾਡੀ ਜਿਹੜੀ ਟੈਂਪਰੇਚਰ ਦੇ ਵਿੱਚ ਇੰਕਰੀਜ਼ ਹੋ ਰਹੀ ਆ, ਤਾਪਮਾਨ ਦੇ ਵਿੱਚ ਵਾਧਾ ਹੋ ਰਿਹਾ। ਫਿਰ ਤੁਹਾਡੀ ਬਰਸਾਤਾਂ ਦੇ ਵਿੱਚ ਜਿਹੜੀ ਆ ਅਨਿਯਮਿਤ ਹੋ ਰਹੀ ਆ। ਹੁਣ ਆਪ ਜੇਕਰ 2015 ਤੋਂ ਲੈ ਕੇ 2022 ਤੱਕ ਫਲੱਡ ਦੇ ਜਿਹੜੀ ਤੁਹਾਡੀ ਹੜ੍ਹਾਂ ਦੇ ਨਾਲ ਜਿਹੜੀ ਆ 35% ਜਿਹੜੀ ਆ ਉਹ ਸਾਡਾ ਏਰੀਆ ਜਿਹੜਾ ਵਾ ਉਹ 35 ਮਿਲੀਅਨ ਹੈਕਟੇਅਰ ਰਕਬਾ ਜਿਹੜਾ ਵਾ ਉਹ ਜਿਹੜਾ ਰਕਬਾ ਜਿਹੜਾ ਵਾ ਉਹ ਬਰਬਾਦ ਹੋਇਆ ਇਹਨਾਂ ਹੜ੍ਹਾਂ ਦੇ ਨਾਲ ਹੀ। ਤੇ ਜਿਹੜਾ ਵੱਧ ਤਾਪਮਾਨ, ਜਿਹੜਾ ਸੋਕਾ ਪਿਆ ਵਾ ਉਹ 33.9% ਆ, ਤੇ 33.9 ਮਿਲੀਅਨ ਹੈਕਟੇਅਰ ਆ। ਇੰਨਾ ਮਤਲਬ ਕਿ ਜਿਹੜੇ ਸਾਡਾ ਰਕਬਾ ਜਿਹੜਾ ਵਾ ਉਹ ਪ੍ਰਭਾਵਿਤ ਹੋਇਆ ਵਾ ਇਹਨਾਂ ਦੋਵਾਂ ਦੇ ਕਾਰਨਾਂ ਦੇ ਨਾਲ ਹੀ, ਹੜ੍ਹਾਂ ਦੇ ਨਾਲ ਤੇ ਨਾਲ ਜਿਹੜਾ ਵਾ ਤੁਹਾਡੇ ਸੋਕੇ ਦੇ ਨਾਲ। ਜੇਕਰ ਇਹ ਦੇਖੀਏ ਇਹਨੂੰ ਟਰਮ ਆਫ ਜਿਹੜੀ ਤੁਹਾਡੀ ਪੈਦਾਵਾਰ 'ਚ ਦੇਖੀ ਤੇ ਤੁਸੀਂ ਹਿਸਾਬ ਲਾਓ ਕਿ ਕਿੰਨੇ ਅਰਬਾਂ ਰੁਪਏ ਦੇ ਜਿਹੜਾ ਵਾ ਉਹ ਦੇਸ਼ ਨੂੰ ਨੁਕਸਾਨ ਹੋਇਆ। ਬਿਲਕੁਲ। ਸੋ ਇਹ ਜਿਹੜਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਆਪਾਂ ਦੇਖੀਏ, ਪਿਛਲੇ ਅਸੀਂ 2-3 ਸਾਲਾਂ ਦੇ ਵਿੱਚ ਵੀ ਪ੍ਰਤੱਖ ਰੂਪ ਦੇ ਵਿੱਚ ਕੁਦਰਤ ਨੇ ਸਾਨੂੰ ਦਿਖਾਤਾ ਵੀ ਇਹ ਜਿਹੜੀ ਤਬਦੀਲੀਆਂ ਆ ਰਹੀਆਂ ਨੇ, ਇਹਦੇ ਤੇ ਮਨੁੱਖ ਜਾਤੀ ਨੂੰ ਵੀ, ਪਸ਼ੂ ਜਾਤੀ ਨੂੰ ਵੀ, ਤੇ ਤੁਹਾਡੀਆਂ ਜਿਹੜੀਆਂ ਫਸਲਾਂ ਨੂੰ ਵੀ ਨੁਕਸਾਨ ਜਿਹੜਾ ਵਾ ਉਹ ਹੋਏਗਾ, ਆਉਣ ਵਾਲੇ ਸਮੇਂ 'ਚ ਹੋਏਗਾ। ਸੋ ਇਹ ਇਹੀ ਸੋਚਣਾ ਵਾ ਵੀ ਆਪਾਂ ਕਿਵੇਂ ਬਚਣਾ ਵਾ। ਅੱਛਾ, ਕਿ ਕੀੜੇ ਬਿਮਾਰੀਆਂ ਵੀ ਵਧਣ ਡੀਆਂ? ਬਿਲਕੁਲ ਗੁਲਾਟੀ ਸਾਹਿਬ, ਇਹਦੇ 'ਚ ਦੇਖੀਏ ਤੇ ਜੇ ਪਿਛਲੇ ਸਾਲ ਦੇਖੀਏ, ਮਾਰਚ ਮਹੀਨੇ ਜਿਹੜਾ ਵਾ ਤੁਹਾਡਾ ਟੈਂਪਰੇਚਰ ਬਹੁਤ ਇੰਕਰੀਜ਼ ਹੋਇਆ, ਮਤਲਬ ਤਾਪਮਾਨ ਜਿਹੜਾ ਵੱਧ ਗਿਆ, ਉਹਦੇ ਨਾਲ ਸਾਡੀ ਜਿਹੜੇ ਦਾਣੇ ਜਿਹੜੇ ਸ਼ਿਵਲਡ ਹੋ ਗਏ। ਮਤਲਬ ਕਿ ਜਦੋਂ ਤਾਪਮਾਨ ਵੱਧਦਾ ਵਾ ਤੇ ਜਿਹੜਾ ਬੂਟਾ ਹੁੰਦਾ ਵਾ ਉਹ ਆਪਣੀ ਲਾਈਫ ਸਾਈਕਲ ਸ਼ਾਰਟ ਕਰ ਲੈਂਦਾ ਵਾ, ਘਟਾ ਲੈਂਦਾ ਵਾ। ਉਹਦੇ ਨਾਲ ਫਿਰ ਜਿਹੜੀ ਤੁਹਾਡੀ ਖੁਰਾਕੀ ਤੱਤ ਆ ਉਹ ਪੂਰੀ ਮਾਤਰਾ ਦੇ ਵਿੱਚ ਦਾਣੇ ਵਿੱਚ ਨਹੀਂ ਜਾਂਦੇ ਹੈਗੇ, ਤੇ ਦਾਣਿਆਂ ਦੇ ਵਿੱਚ ਉਹ ਖੁਰਾਕ ਨਹੀਂ ਬਣਦੀ ਜਿਹੜੀ ਕਿ ਮਨੁੱਖ ਜਾਤੀ ਨੂੰ ਚਾਹੀਦੀ ਹੈ। ਹੁਣ ਜੇ ਉਹ ਦਾਣੇ ਸ਼੍ਰਿਵਲਡ ਹੋ ਜਾਣਗੇ, ਇਹਦਾ ਮਤਲਬ ਕਿ ਉਹਦੇ ਵਿੱਚ ਆਟਾ ਵੀ ਪੂਰਾ ਨਹੀਂ ਬਣੂਗਾ, ਜਿਹੜੀ ਤੁਹਾਡੀ ਖੁਰਾਕੀ ਤੱਤ ਉਹਨਾਂ ਦੀ ਵੀ ਡੈਫੀਸ਼ੀਐਂਸੀ ਉਹ ਘਾਟ ਆਏਗੀ, ਆਟੋਮੈਟਿਕਲੀ ਕਿ ਉਹ ਮਨੁੱਖ ਜਾਤੀ ਵਿੱਚ ਵੀ ਆਏਗੀ। ਮਤਲਬ ਕਿ 4 ਤੋਂ 5 ਕੁਇੰਟਲ ਜਿਹੜੀ ਸਾਡੀ ਪ੍ਰਤੀ ਏਕੜ ਜਿਹੜੀ ਆ ਪੈਦਾਵਾਰ ਘਟੀ। ਕਣਕ ਤੋਂ ਬਾਅਦ ਦੇਖੀਏ ਤਾਂ ਸਾਡੇ 60 ਮਾਹ ਬੀਜੇ ਸੀ ਫਾਰਮਰ ਨੇ, ਉਹਨੂੰ ਫਲ ਨਹੀਂ ਪਿਆ, ਮੂੰਗੀ ਨੂੰ ਫਲ ਘੱਟ ਪਿਆ। ਫਿਰ ਜਿਹੜੀ ਤੁਹਾਡੀ ਹੈਗੀ ਸੀ ਲੀਚੀ, ਆਪਣੇ ਪਠਾਨਕੋਟ ਦੇਖਿਆ ਵਾ, ਲੀਚੀ ਦਾ ਬਾਗ ਹੀ, ਉਹਨਾਂ ਦੀ ਕ੍ਰੈਕਿੰਗ ਬਹੁਤ ਆਈ, ਕੁਆਲਿਟੀ ਬੜੀ ਘਟੀ। ਤਾਂ ਇਹਦੇ ਨਾਲ ਜਿਹੜਾ ਵਾ ਬਹੁਤ ਜ਼ਿਆਦਾ ਜਿਹੜਾ ਵਾ ਉਹ ਅਸਰ ਹੋਇਆ ਜਿਹੜੀ ਤੁਹਾਡੀ ਹੈਗੀ ਹੈ ਇਹਦੇ 'ਤੇ। ਫਿਰ ਆਪਾਂ ਝੋਨੇ 'ਤੇ ਆ ਜਾਈਏ, ਜੇ ਮੰਨ ਲਓ ਆਪਾਂ ਝੋਨੇ 'ਤੇ ਆ ਜਾਈਏ, ਤੁਹਾਡਾ ਝੋਨਾ ਜਿਹੜਾ ਸੀ ਸਤੰਬਰ ਮਹੀਨੇ ਤੱਕ ਬਹੁਤ ਵਧੀਆ ਸੀ, ਤੇ ਸਤੰਬਰ ਮਹੀਨੇ ਜਿਹੜੀ ਪਿਛਲੇ ਸਾਲ ਬਰਸਾਤ, ਜਿਹੜੀ ਬੇਮੌਸਮੀ ਬਰਸਾਤ ਹੋਈ, ਉਹਦੇ ਨਾਲ ਸਾਡੀ ਫਸਲ 'ਤੇ ਵੀ ਜਿਹੜਾ ਬੁਰਾ ਪ੍ਰਭਾਵ ਪਿਆ। ਸੋ ਇਹ ਕੀੜਿਆਂ ਮਕੌੜਿਆਂ ਦੇ ਵਿੱਚ ਵੀ ਦੇਖੀਏ ਤੇ ਸਾਡੀ ਜਦੋਂ ਤਾਪਮਾਨ ਵੱਧਦਾ ਵਾ ਜਾਂ ਬਰਸਾਤ ਹੁੰਦੀ ਹੈ, ਸਿੱਲ ਵੱਧਦੀ ਆ, ਤੇ ਜਿਹੜੀ ਬਿਮਾਰੀਆਂ ਤੇ ਕੀੜੇ ਮਕੌੜੇ ਉਹਨਾਂ ਦੇ ਵਾਧਾ ਹੁੰਦਾ ਵਾ। ਜੇ ਆਪਾਂ ਦੇਖੀਏ ਤੇ ਜਦੋਂ ਤਾਪਮਾਨ ਮੰਨ ਲਓ 4 ਡਿਗਰੀ ਟੈਂਪਰੇਚਰ ਵਧਿਆ ਵਾ, ਸਾਡੇ ਉਹ ਕੀੜੇ ਜਿਹੜੇ ਕਿ ਉਹਦੇ ਅਨੁਕੂਲ ਆ, ਜਿਹੜੇ ਉਸ ਤਾਪਮਾਨ ਜਿਹਨੂੰ ਅਨੁਕੂਲਤਾ ਚਾਹੀਦੀ ਆ, ਉਹ ਬਾਹਰ ਆ ਜਾਣਗੇ। ਜਿਹਨੂੰ ਅਨੁਕੂਲ ਨਹੀਂ ਹੈਗੇ ਉਹ ਅੰਦਰ ਚਲ ਜਾਣਗੇ, ਹਾਈਡ ਹੋ ਜਾਣਗੇ। ਆਪਾਂ ਦੇਖੀਏ ਤੇ ਇਸ ਵਾਰੀ ਜਿਹੜੀ ਆ ਉਹ ਥੋੜਾ ਜਿਹਾ ਨਵੀਂ ਨਹੀਂ ਹੈਗੀ, ਇਹ ਛੱਡ ਕੇ ਤੁਹਾਡੀ ਪੀਲੀ ਕੁੰਗੀ ਤੇ ਤੇਲਾ ਨਹੀਂ ਆਇਆ ਕਣਕ ਦੇ ਉੱਤੇ। ਬਟ ਜਿਹੜਾ ਵਾ ਮਾਰਚ ਮਹੀਨਾ ਦੇਖੀਏ ਤੇ ਪਿਛਲੇ ਸਾਲ ਬਹੁਤ ਗਰਮੀ, ਇਸ ਸਾਲ ਬਹੁਤ ਸਰਦ ਆ। ਆਪਣਾ ਗੁਲਾਟੀ ਸਾਹਿਬ ਜੀ, ਉਹ ਗੱਲ ਇਹ ਆ ਵੀ ਆਪਾਂ ਗੱਲਬਾਤ ਕਰ ਰਹੇ ਹਾਂ ਅੱਜ ਮੌਸਮ ਦੇ ਬਾਰੇ, ਨਵੀਆਂ ਤਕਨੀਕਾਂ ਦੇ ਬਾਰੇ। ਤੇ ਜੇ ਮੌਸਮ ਦੀ ਗੱਲ ਕਰੀਏ, ਜਿਵੇਂ ਆਪਣਾ ਡਾਕਟਰ ਸਾਹਿਬ ਨੇ ਸਾਨੂੰ ਦੱਸਿਆ ਹੀ ਆ ਵੀ ਮੌਸਮ ਦੇ ਵਿੱਚ ਤਬਦੀਲੀ ਜਿਹੜੀ ਆ ਇਹ ਅਚਨਚੇਤੀ ਆ ਜਾਂਦੀ ਆ। ਕਦੇ ਮੌਸਮ ਕਿਸੇ ਤਰੀਕੇ ਦਾ ਹੋ ਜਾਂਦਾ, ਕਦੇ ਕਿਸੇ ਤਰੀਕੇ ਦਾ ਹੋ ਜਾਂਦਾ। ਤਕਨੀਕਾਂ ਬਾਰੇ ਵੀ ਗੱਲਬਾਤ ਚੱਲਦੀ ਪਈ ਆ, ਪਰ ਇਹਦੇ 'ਚ ਨੁਕਸਾਨ ਜਿਹੜਾ ਨਾ ਉਹ ਸਾਡਾ ਹੋ ਰਿਹਾ, ਜ਼ਿਮੀਂਦਾਰਾਂ ਦਾ ਹੋ ਰਿਹਾ। ਪਰ ਗੱਲ ਇਹ ਆ ਗੁਲਾਟੀ ਸਾਹਿਬ ਜੀ ਕਿ ਮਾਹਰ ਜਿਹੜੇ ਆ ਨਾ ਉਹ ਇਹਦੇ 'ਤੇ ਲਗਾਤਾਰ ਕੰਮ ਕਰ ਰਹੇ ਆ,
ਵੀ ਸਾਡਾ ਨੁਕਸਾਨ ਨਾ ਹੋਵੇ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਜਿਹੜੇ ਮੌਸਮ ਮਾਹਰ ਨੇ ਇਹਦੇ ਬਾਰੇ ਨਾ ਸਾਨੂੰ ਉਹਨਾਂ ਨੇ ਵੀ ਇੱਕ ਜਾਣਕਾਰੀ ਦਿੱਤੀ ਆ, ਆਓ ਵੇਖਦੇ ਹਾਂ। ਅਸੀਂ ਦੇਖ ਰਹੇ ਹਾਂ ਕਿ ਜਿਸ ਤਰ੍ਹਾਂ ਸਾਡਾ ਹੁਣ ਜਿਹੜੀ ਹਾੜੀ ਦੀ ਮੁੱਖ ਫਸਲ ਹੈ ਕਣਕ ਹੈ, ਉਹਦਾ ਸੀਜ਼ਨ ਚੱਲ ਰਿਹਾ ਹੈ, ਪਰ ਇਸ ਵਾਰੀ ਕਣਕ ਦੀ ਫਸਲ ਤੇ ਮੌਸਮ ਦਾ ਬਹੁਤ ਜ਼ਿਆਦਾ ਅਸਰ ਦੇਖਣ ਨੂੰ ਮਿਲਿਆ ਹੈ ਔਰ ਬਹੁਤ ਮੌਸਮੀ ਉਤਰਾਅ ਚੜ੍ਹਾਅ ਵੀ ਦੇਖਣ ਨੂੰ ਮਿਲੇ ਹੈ। ਜਿਸ ਤਰ੍ਹਾਂ ਕਿ ਜਨਵਰੀ ਦੇ ਵਿੱਚ ਜਦੋਂ ਫਸਲ ਕਾਫੀ ਆਪਣਾ ਅੱਛਾ ਗਰੋਥ ਹੋ ਚੁੱਕੀ ਸੀਗੀ ਤਾਂ ਕਾਫੀ ਫੇਵਰੇਬਲ ਕੰਡੀਸ਼ਨ ਸੀਗੀਆਂ, ਕਿਉਂਕਿ ਇਸ ਵਾਰੀ ਜਿਹੜਾ ਜਦੋਂ ਕੂਲ ਟੈਂਪਰੇਚਰ ਚਾਹੀਦਾ ਹੈ ਉਦੋਂ ਕਣਕ ਨੂੰ ਕਾਫੀ ਬਹੁਤ ਅੱਛਾ ਫੇਵਰੇਬਲ ਟੈਂਪਰੇਚਰ ਵੀ ਮਿਲਿਆ, ਰੇਨਫਾਲ ਵੀ ਉਦੋਂ ਠੀਕ ਸੀਗੀ। ਬਟ ਫਰਵਰੀ ਦੇ ਵਿੱਚ ਇੱਕਦਮ ਜਿਹੜਾ ਟੈਂਪਰੇਚਰ ਆ ਸ਼ੂਟ ਅਪ ਹੋਇਆ ਔਰ ਸੈਕਿੰਡ ਫੋਰਟਨਾਈਟ ਆਫ ਫੈਬਰਰੀ ਦੇ ਵਿੱਚ ਟੈਂਪਰੇਚਰਸ ਜਿਹੜੇ ਨੇ ਉਹ 7 to 8 ਡਿਗਰੀਜ਼ ਜਿਹੜੇ ਅਬਵ ਨਾਰਮਲ ਰਿਕਾਰਡ ਕੀਤੇ ਗਏ ਆ। ਸੋ ਪੂਰੇ ਪੰਜਾਬ ਦੇ ਵਿੱਚ ਹੀ ਜਿਸ ਤਰ੍ਹਾਂ ਉਦੋਂ ਪੂਰਾ ਇੱਕ ਤਰ੍ਹਾਂ ਹੀਟ ਵੇਵ ਦਾ ਇਫੈਕਟ ਜਿਹੜਾ ਉਹ ਦੇਖਿਆ ਜਾ ਰਿਹਾ ਸੀਗਾ, ਜਿਹਦੇ ਨਾਲ ਕੀ ਲੱਗ ਰਿਹਾ ਸੀਗਾ ਕਿ ਇਸ ਵਾਰੀ ਜਿਹੜੀ ਫਿਰ ਜਿਵੇਂ ਪਿਛਲੇ ਸਾਲ ਮਾਰਚ ਦੇ ਵਿੱਚ ਹੀਟ ਸਟ੍ਰੈਸ ਆਈ ਹੈ, ਇਸ ਵਾਰੀ ਫੈਬਰਰੀ ਦੇ ਵਿੱਚ ਹੀ ਉਹਦਾ ਜਿਹੜਾ ਇਫੈਕਟ ਹੈ ਉਹ ਆਉਣਾ ਸ਼ੁਰੂ ਹੋ ਜਾਏਗਾ। ਬਟ ਹੌਲੀ ਹੌਲੀ ਇੱਕਦਮ ਮੌਸਮ ਨੇ ਕਰਵਟ ਬਦਲੀ ਤਾਂ ਮਾਰਚ ਦੇ ਵਿੱਚ ਟੈਂਪਰੇਚਰਸ ਡਾਊਨ ਹੋਏ ਹੈ, ਪਰ ਉਹਦੇ ਨਾਲ ਹੀ ਇੰਨੀਆਂ ਜ਼ਿਆਦਾ ਬਾਰਿਸ਼ਾਂ ਹੋਈਆਂ। ਫਸਟ ਫੋਰਟਨਾਈਟ ਤਾਂ ਜਿਹੜਾ ਉਹ ਦੈਟ ਵਾਜ਼ ਨਾਰਮਲ, ਬਟ ਜਦੋਂ ਸੈਕਿੰਡ ਫੋਰਟਨਾਈਟ ਸਟਾਰਟ ਹੋਇਆ ਤਾਂ ਇੱਕਦਮ ਬਾਰਿਸ਼ਾਂ ਜਿਹੜੀਆਂ ਨੇ ਵੈਸਟਰਨ ਡਿਸਟਰਬੈਂਸ ਅਪਰੋਚ ਹੋਣੇ ਸ਼ੁਰੂ ਹੋ ਗਏ। ਸੋ 3 ਸਾਡੇ ਕੋਲ ਵੈਸਟਰਨ ਡਿਸਟਰਬੈਂਸਿਸ ਜਿਹੜੇ ਨੇ ਇਫੈਕਟਿਵ ਰਹੇ ਨੇ ਔਰ ਬਹੁਤ ਸਟਰੋਂਗ ਰਹੇ ਨੇ, ਜਿਹੜਾ ਕਿ 18 ਦੇ ਨੇੜੇ ਤੇੜੇ ਆਇਆ, ਫਿਰ 24-25 ਦੇ ਨੇੜੇ ਤੇੜੇ ਆਇਆ, ਫਿਰ 30-31 ਨੂੰ ਆਇਆ। ਸੋ ਇਹ ਜਿਹੜੇ 3 ਵੈਸਟਰਨ ਡਿਸਟਰਬੈਂਸ ਸੈਕਿੰਡ ਫੋਰਟਨਾਈਟ ਆਫ ਮਾਰਚ ਦੇ ਵਿੱਚ ਆਏ, ਉਹਦਾ ਬਹੁਤ ਹੀ ਜ਼ਿਆਦਾ ਜਿਹੜਾ ਨੈਗੇਟਿਵ ਇੰਪੈਕਟ ਹੈ ਉਹ ਦੇਖਿਆ ਗਿਆ। ਸੋ ਇਹ ਬਾਰਿਸ਼ ਜਿਹੜੀ ਹੈ ਉਹਦੇ ਨਾਲ ਗੜੇ ਵੀ ਪਏ ਹੈ, ਤੇਜ਼ ਹਵਾਵਾਂ ਵੀ ਚੱਲੀਆਂ, ਕਿਤੇ ਕਿਤੇ ਜਿਹੜੇ ਟੋਰਨੇਡੋਜ਼ ਵੀ ਆਏ ਹੈ। ਸੋ ਇੰਨੀਆਂ ਐਕਸਟ੍ਰੀਮ ਵੈਦਰ ਇਵੈਂਟਸ ਇਸ ਵਾਰ ਦੇਖਣ ਨੂੰ ਮਿਲੀਆਂ ਕਿ ਜਿਹੜੀ ਸਾਡੀ ਕਣਕ ਦੀ ਫਸਲ ਹੈ ਉਹਨੇ ਉਹ ਸਾਰਾ ਕੁਝ ਝੇਲਿਆ। ਸੋ ਜਿਹੜਾ ਮਾਰਚ ਦੇ ਵਿੱਚ ਇੰਨਾ ਜ਼ਿਆਦਾ ਐਕਸਟ੍ਰੀਮ ਵੈਦਰਸ ਦਾ ਇਫੈਕਟ ਆਇਆ, ਰੇਨਫਾਲ ਦਾ ਇਫੈਕਟ ਆਇਆ, ਉਹਦਾ ਡੈਫੀਨੇਟਲੀ ਜਿਹੜਾ ਝਾੜ 'ਤੇ ਅਸਰ ਦੇਖਣ ਨੂੰ ਮਿਲੇਗਾ। ਬਟ ਕੁਝ ਇਹ ਵੀ ਚੀਜ਼ਾਂ ਦੇਖਣ ਨੂੰ ਮਿਲੀਆਂ ਨੇ ਕਿ ਜਿਹੜੇ PAU ਵੱਲੋਂ ਨਵੀਆਂ ਤਕਨੀਕਾਂ ਡਿਵੈਲਪ ਕੀਤੀਆਂ ਗਈਆਂ, ਜਿਸ ਤਰ੍ਹਾਂ ਕਿ ਜ਼ੀਰੋ ਟਿਲ ਡਰਿਲ ਹੈ ਜਾਂ ਫਿਰ ਹੈਪੀ ਸੀਡਰ ਨਾਲ ਬੀਜੀ ਕਣਕ ਹੈ, ਉਹਨਾਂ ਦੇ ਵਿੱਚ ਜਿਹੜੀ ਲੌਜਿੰਗ ਹੈ ਉਹ ਘੱਟ ਹੋਈ ਹੈ। ਸੋ ਇੱਕ ਤਾਂ ਕਿਸਾਨ ਵੀਰਾਂ ਨੂੰ ਆਪਾਂ ਇਹ ਜ਼ਰੂਰ ਅਪੀਲ ਕਰਾਂਗੇ ਕਿ ਹੁਣ ਵੀ ਜਦੋਂ ਕਣਕ ਦਾ ਫਸਲ ਜਦੋਂ ਪੱਕਣੀ ਹੈ ਤਾਂ ਆਪਾਂ ਉਹਦੇ ਨਾੜ ਨੂੰ ਜਿਹੜੀ ਅੱਗ ਉਹ ਬਿਲਕੁਲ ਨਾ ਲਾਈਏ, ਉਹਦੇ ਨਾਲ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਪ੍ਰਦੂਸ਼ਣ ਫੈਲਦਾ ਹੈ। ਸੋ ਇਹ ਜਿਹੜੀਆਂ ਘਟਨਾਵਾਂ ਹੋ ਰਹੀਆਂ ਨੇ ਇਹ ਵੀ ਇੱਕ ਕਲਾਈਮੇਟ ਚੇਂਜ ਦਾ ਹੀ ਪਾਰਟ ਹੈ। ਸੋ ਆਪਾਂ ਵੱਧ ਤੋਂ ਵੱਧ ਜਿਹੜੀ ਗਲੋਬਲ ਵਾਰਮਿੰਗ ਹੈ ਉਹਨੂੰ ਘੱਟ ਕਰਨ ਵੱਲ ਆਪਣਾ ਯੋਗਦਾਨ ਪਾਈਏ ਤਾਂ ਕਿ ਇਹੋ ਜਿਹੀਆਂ ਘਟਨਾਵਾਂ ਫਿਊਚਰ ਦੇ ਵਿੱਚ ਸਾਡੇ ਕੋਲ ਸਾਹਮਣੇ ਨਾ ਆਉਣ। ਸੋ ਹਰ ਸਾਲ ਆਪਣੇ ਕੋਲ ਇੱਕ ਨਵੀਂ ਚੁਣੌਤੀ ਸਾਹਮਣੇ ਆ ਰਹੀ ਹੈ ਜਿਹਦੇ ਨਾਲ ਕਿ ਸਾਨੂੰ ਜੂਝਣਾ ਪੈ ਰਿਹਾ ਹੈ, ਪਰ ਜੇ ਆਪਾਂ ਚੰਗੀ ਤਰ੍ਹਾਂ ਸੋਚ ਸਮਝ ਕੇ ਖੇਤੀ ਕਰਾਂਗੇ, ਜਿਵੇਂ ਕਿ ਆਪਾਂ ਕਹਿ ਰਹੇ ਹਾਂ ਕਿ ਕਲਾਈਮੇਟ ਐਗਰੀਕਲਚਰ ਦਾ ਟਾਈਮ ਆ ਰਿਹਾ ਹੈ, ਤਾਂ ਉਹਦੇ ਹਿਸਾਬ ਨਾਲ ਆਪਾਂ ਨੂੰ ਆਪਣੇ ਖੇਤੀ ਧੰਦੇ ਉਲੀਕਣੇ ਪੈਣੇ ਆ ਤਾਂ ਕਿ ਆਪਾਂ ਆਪਣੀ ਖੇਤੀ ਨੂੰ ਪ੍ਰਫੁੱਲਤ ਕਰ ਸਕੀਏ। ਲਓ ਜੀ, ਡਾਕਟਰ ਸਾਹਿਬ ਜੀ ਉਹ ਤੇ ਗੁਲਾਟੀ ਸਾਹਿਬ ਜੀ ਉਹ ਇਹ ਤੇ ਸਾਨੂੰ ਜਿਹੜੀ ਆ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਜਿਹੜੇ ਮੌਸਮ ਮਾਹਰ ਨੇ ਉਹਨਾਂ ਨੇ ਸਾਨੂੰ ਬਹੁਤ ਉਮਦਾ ਜਾਣਕਾਰੀ ਦਿੱਤੀ ਆ। ਅੱਛਾ ਗੁਲਾਟੀ ਸਾਹਿਬ, ਇੱਕ ਗੱਲ ਹੋ ਰਿਹਾ ਬਈ ਜਿਵੇਂ ਆਪਾਂ ਪਹਿਲੇ ਗੱਲ ਕੀਤੀ ਆ ਵੀ ਜੇ ਮੌਸਮ 'ਚ ਤਬਦੀਲੀ ਆ ਰਹੀ ਆ ਤੇ ਸਾਡੇ ਮਾਹਰ ਵੀ ਜਿਹੜੇ ਆ ਉਹ ਕਿਸੇ ਕੋਲੋਂ ਘੱਟ ਨਹੀਂ ਹੈਗੇ। ਇਹ ਪਿੱਛੇ ਜੇ ਨਾ ਸਾਡੇ ਮਾਹਰਾਂ ਨੇ ਇੱਕ ਤਕਨੀਕ ਤਿਆਰ ਕੀਤੀ ਆ ਕਣਕ ਦੀ ਫਸਲ ਬੀਜਣ ਲਈ, ਤੇ ਸਾਡੀ ਉਸ ਤਕਨੀਕ ਤੇ ਜਿਹੜੀ ਆ ਫਸਲ ਬੀਜੀ ਵੀ ਗਈ। ਤੇ ਜਿਵੇਂ ਐਤਕੀ ਮੌਸਮ ਬਹੁਤ ਖਰਾਬ ਹੋਇਆ, ਕਿਉਂ ਜੀ ਡਾਕਟਰ ਸਾਹਿਬ? ਹਾਂਜੀ, ਇਹਦੇ 'ਚ ਨੁਕਸਾਨ ਬਹੁਤ ਹੋਇਆ, ਪਰ ਜਿਹੜੀ ਤਕਨੀਕ ਮਾਹਰਾਂ ਨੇ ਕੱਢੀ ਆ ਕਣਕ ਦੀ ਫਸਲ ਬੀਜਣ ਲਈ, ਜਿਨ੍ਹਾਂ ਨੇ ਉਸ ਤਕਨੀਕ ਨਾਲ ਫਸਲ ਬੀਜੀ, ਉਹ ਫਸਲ ਡਿੱਗੀ ਨਹੀਂ, ਉਹ ਢਈ ਨਹੀਂ। ਇਹਦੇ ਬਾਰੇ ਇੱਕ ਜਿਹੜੀ ਤਕਨੀਕ ਆ ਸਾਡੇ ਡਾਕਟਰ ਰਣਜੀਤ ਸਿੰਘ ਚੌਹਾਨ ਹਨਾਂ ਨੇ ਇੱਕ ਮਾਹਰ ਨਾਲ ਗੱਲ ਕੀਤੀ ਆ, ਇਹ ਵਿਖਾਉਂਦੇ ਆ ਤੁਹਾਨੂੰ। ਕਿਸਾਨ ਵੀਰੋ, ਜਿਵੇਂ ਤੁਸੀਂ ਜਾਣਦੇ ਹੋ ਕਿ ਅਪ੍ਰੈਲ ਦਾ ਮਹੀਨਾ ਚੱਲ ਰਿਹਾ ਤੇ ਸਾਡੀ ਕਣਕ ਦੀ ਫਸਲ ਆ ਜਿਹੜੀ ਉਹ ਪੱਕਣ ਤੇ ਆਈ ਹੋਈ ਆ। ਬੇਮੌਸਮੀ ਬਾਰਿਸ਼ ਨੇ ਸਾਡੀ ਕਣਕ ਨੂੰ ਕਾਫੀ ਧੱਕਾ ਲਾਇਆ, ਸੋ ਬਹੁਤ ਸਾਰੇ ਖੇਤਾਂ ਦੇ ਵਿੱਚ ਕਣਕ ਡਿੱਗ ਪਈ ਆ ਤੇ ਕੁਝ ਕੁ ਖੇਤਾਂ ਦੇ ਵਿੱਚ ਕਣਕ ਇਹੋ ਜਿਹੀ ਹੈ ਜਿਹੜੀ ਬਿਲਕੁਲ ਪੂਰੀ ਤਰ੍ਹਾਂ ਕਾਇਮ ਖੜੀ ਹੈ। ਸੋ ਕੀ ਤਕਨੀਕ ਆ ਉਹ, ਕਿਸ ਤਰ੍ਹਾਂ ਉਹਨਾਂ ਕਿਸਾਨ ਵੀਰਾਂ ਨੇ ਬੀਜੀ ਸੀ, ਗੱਲਬਾਤ ਕਰਾਂਗੇ। ਮੇਰੇ ਨਾਲ ਖੜੇ ਨੇ ਡਾਕਟਰ ਮੱਖਣ ਸਿੰਘ ਭੁੱਲਰ ਜੀ, ਜਿਹੜੇ ਮੁਖੀ ਨੇ ਫਸਲ ਵਿਗਿਆਨ ਵਿਭਾਗ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ। ਉਹਨਾਂ ਤੋਂ ਅਸੀਂ ਇਹ ਸਾਰੀ ਜਾਣਕਾਰੀ ਹਾਸਲ ਕਰਾਂਗੇ। ਕੁਝ ਕੁ ਖੇਤਾਂ ਦੇ ਵਿੱਚ ਜਿਨ੍ਹਾਂ ਕਿਸਾਨ ਵੀਰਾਂ ਨੇ ਕੋਈ ਸਪੈਸ਼ਲ ਤਕਨੀਕ ਅਪਣਾਈ ਸੀ ਉਹ ਅਜੇ ਵੀ ਖੜੀ ਹੈ। ਸੋ ਕੀ ਤਕਨੀਕ ਆ, ਵਿਸਥਾਰ ਨਾਲ ਸਾਡੀ ਕਿਸਾਨ ਵੀਰਾਂ ਨੂੰ ਦੱਸੋ। ਕਾਫੀ ਜ਼ਿਆਦਾ ਕਣਕ ਆ ਜਿਹੜੀ ਉਹ ਡਿੱਗੀ ਹੋਈ ਆ
ਪਰ ਜਿਹੜੀ ਆ ਤੁਸੀਂ ਆਪਾਂ ਤਕਨੀਕ ਦੀ ਗੱਲ ਕਰਦੇ ਸੀ, ਇਹ ਤਕਨੀਕ ਹੈਗੀ ਸਰਫੇਸ ਸੀਡਿੰਗ ਕਮ ਮਲਚਿੰਗ ਤਕਨੀਕ ਦਾ ਨਾਂ ਹੈ ਜੀ। ਵੀ ਇਹਦੇ ਨਾਲ ਜਿਹੜੇ ਕਿਸਾਨਾਂ ਨੇ ਇਸ ਸਾਲ ਕਣਕ ਦੀ ਬਿਜਾਈ ਕੀਤੀ ਆ, ਉੱਥੇ ਦੂਜਿਆਂ ਨਾਲੋਂ ਘੱਟ ਡਿੱਗੀ ਹੈ ਜੀ। ਸਰਫੇਸ ਦਾ ਮਤਲਬ ਛਿੱਟਾ ਦੇ ਕੇ ਬਿਜਾਈ ਹਾਂਜੀ, ਕਣਕ ਹਾਂਜੀ। ਦੀ, ਸੋ ਉਹਦੇ ਨਾਲ ਝੋਨੇ ਦੀ ਜਿਹੜੀ ਪਰਾਲੀ ਸੀ ਉਹਨੂੰ ਵਿੱਚੇ ਉੱਤੇ ਮਿਕਸ ਕਰਤਾ ਤੇ ਹਾਂਜੀ, ਆਪੇ ਹੀ ਦਾਣੇ ਜਿਹੜੇ ਥੱਲੇ ਚਲੇ ਗਏ, ਹਾਂਜੀ, ਉਹਦੇ ਨਾਲ ਹਾਂਜੀ। ਹਰੇ ਹੋ ਗਏ। ਹਾਂਜੀ ਆਉਣ ਵਾਲੇ ਸਮੇਂ ਦੇ ਵਿੱਚ ਥੋੜਾ ਜਿਹਾ ਕਿਸਾਨ ਵੀਰਾਂ ਨੂੰ ਗਿਆਨ ਦਿਓ ਕਿ ਅਗਲੇ ਸਾਲ ਇਹੋ ਜਿਹੀਆਂ ਸਮੱਸਿਆਵਾਂ ਨਾ ਆਉਣ। ਕੋਈ ਨੁਕਤੇ ਪਹਿਲਾਂ ਸਾਂਝੇ ਕਰੀਏ ਆਪਾਂ ਜਦੋਂ ਵੀ ਝੋਨੇ ਦੀ ਬਿਜਾਈ ਸ਼ੁਰੂ ਕਰਨੀ ਆ। ਆਪਾਂ 3 ਤਰੀਕੇ ਨੇ ਜੀ ਕਿਸਾਨ ਵੀਰਾਂ ਦੇ। ਇੱਕ ਤਾਂ ਇਹ ਆ ਵੀ ਜਦੋਂ ਆਪਾਂ ਝੋਨਾ ਵੱਢ ਲੈਂਦੇ ਆ ਜੀ, ਵਾਢੀ ਕਰ ਲੈਂਦੇ ਆ, ਉਸ ਤੋਂ ਬਾਅਦ ਆਪਾਂ ਜਿਹੜਾ ਕਣਕ ਦਾ ਬੀਜ ਆ ਤੇ ਇੱਕ ਜਿਹੜਾ ਡਾਇਆ ਹੈ, ਉਹਨਾਂ ਨੂੰ ਆਪਾਂ ਜੋ ਸਿਫਾਰਿਸ਼ ਕੀਤੇ ਅਨੁਸਾਰ ਉਹਨਾਂ ਨੂੰ ਛੱਟਾ ਦੇ ਦੇਣਾ ਜੀ। ਮੈਨੂੰ ਛੱਟੇ ਵਾਲਾ ਬੰਦਾ ਜਿਹੜਾ ਵੀ ਚੰਗਾ ਜਿਹੜਾ ਛੱਟਾ ਦੇਣ ਵਾਲਾ ਹੋਣਾ ਚਾਹੀਦਾ। ਪਰ ਇੱਕ ਧਿਆਨ ਰੱਖਣਾ ਵੀ ਜਿਹੜੀ ਕਣਕ ਦਾ ਬੀਜ ਆ ਉਹਨੂੰ ਆਪਾਂ ਦਵਾਈ ਜ਼ਰੂਰ ਲਾਉਣੀ ਆ, ਉੱਲੀ ਨਾਸ਼ਕ ਤੇ ਜਿਹੜੀ ਕੀਟਨਾਸ਼ਕ ਉਹ ਜ਼ਰੂਰ ਲਾਉਣੀ ਆ, ਉਹ ਨਹੀਂ ਆਪਾਂ ਭੁੱਲਣਾ। ਤੇ ਛੱਟਾ ਮਾਰ ਕੇ ਉਸ ਤੋਂ ਬਾਅਦ ਜਿਹੜਾ ਕੋਸ਼ਿਸ਼ ਕਰੋ ਵੀ ਛੱਟਾ ਆਪਾਂ ਦੂਰਾ ਮਾਰੀਏ, ਵੀ ਅੱਧਾ ਜਿਹੜਾ ਉੱਤਰ ਦੱਖਣ, ਅੱਧਾ ਜਿਹੜਾ 20 ਕਿਲੋ ਦਾ ਛੱਟਾ ਜਿਹੜਾ ਮਾਰ ਦਈਏ ਤਾਂ ਉਹ ਵਧੀਆ ਬਚਣਾ। ਉਸ ਤੋਂ ਬਾਅਦ ਜਿਹੜਾ ਆਪਣਾ ਕਟਰ ਕਮ ਸਪਰੈਡਰ ਆ, ਤੁਸੀਂ ਥੋੜਾ ਮਲਚਰ ਦੀ ਗੱਲ ਕੀਤੀ ਸੀ ਜੀ। ਮਲਚਰ ਦੀ ਥਾਂ ਤੇ, ਕਿਉਂਕਿ ਮਲਚਰ ਬਹੁਤ ਬਰੀਕ ਚੂਰਾ ਕਰ ਦਿੰਦਾ ਹੈ। ਅਸੀਂ ਚਾਹੁੰਦੇ ਯੂਨੀਵਰਸਿਟੀ ਦਾ ਜਿਹੜਾ ਸਿਫਾਰਿਸ਼ ਕੀਤਾ ਹੋਇਆ ਜਿਹੜਾ ਕਟਰ ਕਮ ਸਪਰੈਡਰ, ਜਿਹਨੂੰ ਰੀਪਰ ਵੀ ਕਹਿ ਦਿੰਦੇ ਆ, ਜੀ। ਉਹ ਦੰਦੇ ਜਿਹੇ ਲੱਗੇ ਹੁੰਦੇ ਆ, ਸੋ ਉਹ ਆਪਾਂ ਇੱਕ ਵਾਰੀ ਮਾਰ ਦੇਣਾ। ਬਹੁਤ ਸਸਤਾ ਹੈਗਾ ਜੀ, 60-65 ਹਜ਼ਾਰ ਦਾ ਪਸੰਦ ਆ ਜਾਂਦਾ। ਜ਼ਿਆਦਾ ਆਪਣੇ ਕਿਸਾਨਾਂ ਕੋਲੇ ਹੈਗਾ ਉਹ, ਸੋ ਉਹ ਆਪਾਂ ਉਹਨੂੰ ਇੱਕ ਵਾਰੀ ਚਲਾ ਦੇਣਾ। ਉਹਨੇ ਜਿਹੜਾ ਝੋਨੇ ਦੀ ਪਰਾਲੀ ਖੜੀ ਹੋਈ ਉਹਨੂੰ ਕੱਟ ਕੇ ਸਾਰੇ ਖੇਤ ਦੇ ਵਿੱਚ ਵਿਛਾ ਦੇਣਾ, ਉਸ ਤੋਂ ਬਾਅਦ ਪਾਣੀ ਲਾ ਦੇਣਾ। ਇੱਕ ਤਾਂ ਇਹ ਤਰੀਕਾ ਜੀ। ਦੂਸਰਾ, ਅਸੀਂ ਜਿਹੜਾ ਛੱਟੇ ਵਾਲਾ ਸਿਸਟਮ ਵਾਲਾ ਕਈ ਵਾਰੀ ਵੀ ਇੱਕੋ ਜਿਹਾ ਨਹੀਂ ਆਉਂਦਾ, ਉਹ ਆਪਾਂ ਇਹਨੂੰ ਹੋਰ ਵੀ ਸੌਖਾ ਕਰਤਾ। ਜਿਹੜਾ ਕਟਰ ਕਮ ਸਪਰੈਡਰ ਆ ਰੀਪਰ, ਉਹਦੇ ਮੂਹਰੇ ਆਪਾਂ ਇੱਕ ਬਕਸਾ ਲਾਤਾ ਜੀ। ਇੱਕ ਬਕਸਾ ਜਿਹੜਾ ਉਹਦੇ ਵਿੱਚ ਕਣਕ ਦਾ ਬੀਜ ਪੈਂਦਾ, ਦੂਜੇ ਦੇ ਵਿੱਚ ਡਾਇਆ ਪੈਂਦੀ ਆ, ਤੀਜੇ ਦੇ ਵਿੱਚ ਕਈ ਵਾਰੀ ਥੋੜ੍ਹੀਆਂ ਜਿਹੜੀਆਂ ਭਾਰੀਆਂ ਜ਼ਮੀਨਾਂ ਦੌਰਾਨੀਆਂ ਉੱਥੇ ਕਿਸਾਨ 20 ਕਿਲੋ ਜਿਵੇਂ ਯੂਰੀਆ ਵੀ ਕਈ ਵਾਰੀ ਜੇ ਪਾਉਣੀ ਹੋਵੇ ਤਾਂ ਯੂਰੀਆ ਲਈ ਆ। ਸੋ ਜਦੋਂ ਆਪਾਂ ਝੋਨੇ ਦੀ ਕਟਾਈ ਕਰ ਲਈ, ਉਸ ਤੋਂ ਬਾਅਦ ਆਪਾਂ ਜਿਹੜਾ ਕਟਰ ਕਮ ਸਪਰੈਡਰ ਆ ਉਹਦੇ ਵਿੱਚ ਆਪਾਂ ਬੀਜ ਪਾ ਕੇ ਤੇ ਖਾਦ ਪਾ ਕੇ ਉਹਨੂੰ ਚਲਾ ਦੇਣਾ। ਉਹਨੇ ਕੀ ਕਰਨਾ, ਇੱਕ ਤਾਂ ਬੀਜ ਤੇ ਖਾਦ ਉਹਨੇ ਯੂਨੀਫਾਰਮ ਖਿਲਾਰ ਦੇਣੀ ਆ, ਮਗਰੀ ਉਹਨੇ ਜਿਹੜੀ ਝੋਨੇ ਦੀ ਪਰਾਲੀ ਆ ਉਹਨੂੰ ਕੱਟ ਦੇਣਾ। ਉਸ ਤੋਂ ਬਾਅਦ ਆਪਾਂ ਪਾਣੀ ਲਾ ਦੇਣਾ ਜੀ। ਇਹ ਦੂਜੀ ਤਕਨੀਕ ਹੈ ਜੀ। ਇਹਦੇ ਨਾਲ ਤੁਹਾਡਾ ਹੱਥ ਨਾਲ ਜਿਹੜਾ ਛੱਟਾ ਮਾਰਨ ਵਾਲਾ ਕੰਮ ਆ ਖਤਮ ਹੋ ਗਿਆ, ਖਤਮ ਹੋ ਗਿਆ। ਤੀਜਾ ਜਿਹੜਾ ਇੱਕ ਨੋਬਲ ਟੈਕਨੀਕ ਹੈ ਜੀ, ਉਹਦੇ ਵਿੱਚ ਕੀ ਆ, ਜਿਹੜੀ ਕੰਬਾਈਨ ਆ, ਜਦੋਂ ਜਿਹੜੀ ਝੋਨੇ ਵਾਲੀ ਕੰਬਾਈਨ ਆ ਉਹਦੇ ਉੱਤੇ ਆਪਾਂ ਅਟੈਚਮੈਂਟ ਲਾਤੀ ਵੀ ਜਦੋਂ ਆਪਾਂ ਝੋਨੇ ਦੀ ਕਟਾਈ ਕਰਨੀ ਆ ਨਾਲ ਦੀ ਨਾਲ ਹੀ ਤੁਹਾਡੇ ਕਣਕ ਦੀ ਬਿਜਾਈ ਹੋ ਜਾਣੀ ਆ। ਕਣਕਾਂ ਦਾ ਬੀਜ ਤੇ ਖਾਦ ਆ ਜਿਹੜੀ ਕਿਰੀ ਜਾਣੀ ਆ, ਤੇ ਮਗਰ ਆਪਾਂ ਜਿਹੜਾ ਕਟਰ ਆ ਜਿਹੜਾ ਉਹ ਚਲਾ ਕੇ ਤੇ ਮੁੜ ਕੇ ਆਪਾਂ ਪਾਣੀ ਲਾ ਦੇਣਾ ਜੀ। ਡਾਕਟਰ ਸਾਹਿਬ, ਕਈ ਕਿਸਾਨ ਵੀਰ ਪਰਾਲੀ ਨੂੰ ਬਾਹਰ ਵੀ ਕੱਢਦੇ ਸੀ, ਹਾਂਜੀ ਹਾਂਜੀ, ਖੇਤ ਚੋਂ ਤੇ ਬਾਅਦ ਚ ਬਿਜਾਈ ਕਰਦੇ ਸੀ। ਕਈਆਂ ਨੇ ਵਿੱਚੇ ਵੀ ਸੁਪਰ ਸੀਡ ਨਾਲ ਬਿਜਾਈ ਕੀਤੀ ਆ। ਸੋ ਥੋੜਾ ਜਿਹਾ ਉਹਨਾਂ ਨੂੰ ਵੀ ਗਿਆਨ ਦਿਓ ਕਿ ਕਿਹੜੀ ਤਕਨੀਕ ਆਉਣ ਵਾਲੇ ਸਮੇਂ ਦੇ, ਕਿਉਂਕਿ ਮਸ਼ੀਨਾਂ ਬਹੁਤ ਆ ਪੰਜਾਬ 'ਚ, ਉਹਨਾਂ ਦੇ ਨਾਲ ਵੀ ਬਿਜਾਈ ਹੋਣੀ ਆ। ਇੱਕ ਤਾਂ ਹੈਗਾ ਪਰਾਲੀ ਨੂੰ ਆਪਾਂ ਖੇਤ 'ਚ ਹੀ ਰੱਖਣਾ, ਇਹ ਕਈ ਵਾਰੀ ਆਪਾਂ ਉਹਨੂੰ ਬਾਹਰ ਵੀ ਕੱਢ ਦਿੰਦੇ ਆ। ਜਦੋਂ ਆਪਾਂ ਪਰਾਲੀ ਨੂੰ ਖੇਤ 'ਚ ਰੱਖਦੇ ਆ, ਆਪਣੀ ਜਿਹੜੀ ਜੈਵਿਕ ਜਿਹੜਾ ਮਾਦਾ ਹੈਗਾ ਕਾਰਬਨ, ਉਹ ਵੱਧਦਾ ਖੇਤ ਦਾ, ਜਿਹਨੂੰ ਤਾਕਤ ਕਹਿੰਦੇ ਆ। ਸੋ ਜਿਹੜੀ ਇਹ ਤਕਨੀਕ ਆ ਮਲਚਿੰਗ ਵਾਲੀ, ਇਹਦੇ ਵਿੱਚ ਆਪਾਂ ਸਾਰੇ ਦਾ ਸਾਰੀ ਪਰਾਲੀ ਹੈ ਜਿਹੜੀ ਉਹ ਖੇਤ ਦੇ ਵਿੱਚ ਰੱਖਦੇ ਆ ਜੀ। ਇਹ ਜਿਹੜੀ ਤਕਨੀਕ ਆ, ਇਹ ਜੇ ਆਪਾਂ ਕਹੀਏ ਨਾ ਵੀ ਅੱਗ ਲਾ ਕੇ ਕਣਕ ਬੀਜਣ ਨਾਲੋਂ ਵੀ ਸਸਤੀ ਆ। ਸੋ ਕਿਸਾਨ ਵੀਰੋ, ਜਿਹੜੇ ਖੇਤ ਦੇ ਵਿੱਚ ਅਸੀਂ ਖੜੇ ਆ ਨਾ, ਉਹ ਖੇਤ ਵੀ ਇਸੇ ਤਰ੍ਹਾਂ ਹੀ ਸਰਫੇਸ ਸੀਡਿੰਗ ਦੇ ਨਾਲ ਬੀਜਿਆ ਸੀ। ਡਾਕਟਰ ਸਾਹਿਬ ਹੁਣਾਂ ਨੇ ਟਰਾਇਲ ਦੇ ਤੌਰ ਤੇ ਤੁਹਾਨੂੰ ਦਿਖਾਉਣ ਦੇ ਲਈ ਤੁਸੀਂ ਯੂਨੀਵਰਸਿਟੀ ਦੇ ਵਿੱਚ ਵੀ ਇਹ ਤਕਨੀਕ ਦਾ ਜਿਹੜਾ ਪ੍ਰਦਰਸ਼ਨੀ ਪਲਾਟ ਅੱਜ ਕੱਲ੍ਹ ਦੇਖ ਸਕਦੇ ਹੋ, ਤੇ ਨਾਲ ਆਪਣੇ ਪੰਜਾਬ ਦੇ ਸੂਝਵਾਨ ਕਿਸਾਨ ਵੀਰਾਂ ਨੇ ਕਈ ਪਿੰਡਾਂ ਦੇ ਵਿੱਚ ਵੀ ਬੀਜਿਆ, ਤੇ ਉੱਥੇ ਵੀ ਤੁਸੀਂ ਦੇਖ ਸਕਦੇ ਹੋ। ਸੋ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਰਿਸਕ ਕਵਰ ਕਰਨ ਦੇ ਲਈ ਆਪਾਂ ਇਹੋ ਜਿਹੀਆਂ ਤਕਨੀਕਾਂ ਨੂੰ ਅਪਣਾਈਏ ਪੰਜਾਬ ਦੇ ਵਿੱਚ, ਤਾਂ ਕਿ ਬਾਅਦ ਦੇ ਵਿੱਚ ਸਾਨੂੰ ਜਿਹੜੀ ਇਸ ਸਾਲ ਸਾਨੂੰ ਮਾਰ ਚੱਲਣੀ ਪੈ ਰਹੀ ਆ, ਉਹ ਤੋਂ ਅਸੀਂ ਬਚ ਸਕੀਏ। ਡਾਕਟਰ ਮੱਖਣ ਸਿੰਘ ਭੁੱਲਰ ਜੀ, ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਸਰਫੇਸ ਸੀਡਿੰਗ ਸੰਬੰਧੀ। ਤੁਹਾਡਾ ਇੰਨੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ। ਲਓ ਜੀ, ਆਪਣਾ ਗੁਲਾਟੀ ਸਾਹਿਬ ਜੀਓ ਤੇ ਡਾਕਟਰ ਸਾਹਿਬ ਜੀਓ ਦੇਖੀ ਫਿਰ ਸਾਰੀ ਗੱਲਬਾਤ ਹੈ ਜੀ। ਇਹ ਸੀ ਬਈ ਜਿਹੜੀ ਨਵੀਂ ਤਕਨੀਕ ਕੱਢੀ ਆ, ਉਹਦੇ ਨਾਲ ਜਿਹੜੀ ਸਾਡੀ ਕਣਕ ਦੀ ਫਸਲ ਬੀਜੀ ਗਈ ਆ, ਉਹਦੇ ਨਾਲ ਸਾਡਾ ਨੁਕਸਾਨ ਜਿਹੜਾ ਆ ਉਹ ਨਹੀਂ ਹੋਇਆ ਜਾਂ ਬਹੁਤ ਨਾਮ ਮਾਤਰ ਹੋਇਆ ਹੈ। ਅੱਛਾ, ਫਿਰ ਡਾਕਟਰ ਸਾਹਿਬ, ਇਹ ਮੌਸਮ ਤਬਦੀਲੀ ਜਿਹੜੀ ਆ, ਇਹ ਪਸ਼ੂ ਧਨ ਤੇ ਜਾਂ ਮਨੁੱਖਾਂ ਤੇ ਫਿਰ ਕਿਸ ਤਰ੍ਹਾਂ ਦਾ ਅਸਰ ਪਾਉਂਦੀ ਹੈ? ਮਿੱਠਾ ਸਿੰਘ ਜੀ, ਬੜੀ ਇੱਕ ਰੋਚਕ ਗੱਲ ਹੈ ਕਿ ਜਿਹੜੀ ਮੌਸਮੀ ਤਬਦੀਲੀਆਂ ਹੋ ਰਹੀਆਂ ਨੇ, ਇਹਦਾ ਜਿਹੜਾ ਵਾ ਤਿੰਨਾਂ ਜਾਤਾਂ, ਜਿਹੜੀ ਤਿੰਨੀਆਂ ਸਾਡੀਆਂ ਜੀਵਤ ਜੀਵ ਆ, ਚਾਹੇ ਮਨੁੱਖ ਆ, ਚਾਹੇ ਪਸ਼ੂ ਆ, ਚਾਹੇ ਤੁਹਾਡੀ ਫਸਲ ਆ, ਇਹਨਾਂ ਉੱਤੇ ਪ੍ਰਭਾਵ ਪਾ ਰਿਹਾ ਵਾ, ਜਿਹੜਾ ਪ੍ਰਤੱਖ ਰੂਪ ਵਿੱਚ ਦਿਖਿਆ ਵਾ। 2019 ਦੇ ਵਿੱਚ ਮਨੁੱਖ ਦੇ ਉੱਤੇ ਕਰੋਨਾ ਵਾਇਰਸ ਆਇਆ, ਵਾਇਰਸ ਹੀ, ਉਹਦਾ ਕੋਈ ਇਲਾਜ ਨਹੀਂ ਹੈਗਾ। ਸਿਰਫ ਆਪਾਂ ਕਹਿੰਦੇ ਸੀ ਕਿ
ਤੁਸੀਂ ਆਪਣਾ ਵਿਟਾਮਿਨ ਸੀ ਖਾਓ, ਜ਼ਿੰਕ ਦੀ ਗੋਲੀ ਖਾਓ, ਤੁਹਾਡੇ 'ਚ ਰੈਜ਼ਿਸਟੈਂਸ ਆ ਤੇ ਜਾਵੇ। ਘਰ ਬੈਠੋ। ਘਰ ਬੈਠੋ, ਆਈਸੋਲੇਸ਼ਨ ਕਰੋ। ਮੁੜ ਕੇ ਤੁਹਾਡੀ ਲੰਪੀ ਸਕਿਨ ਡਿਜ਼ੀਜ਼ ਪਸ਼ੂਆਂ ਤੇ ਆਈ, ਜੀ। 17-18 ਹਜ਼ਾਰ ਸਾਡਾ ਪਸ਼ੂ ਜਿਹੜਾ ਵਾ ਉਹ ਪੰਜਾਬ ਦੇ ਵਿੱਚ ਖਤਮ ਚਲੇ ਹੋ ਗਿਆ। ਗਿਆ। ਸੋ ਉਹਦੇ ਵਿੱਚ ਵੀ ਆਪਾਂ ਇਹੀ ਕਿ ਇਹਨੂੰ ਆਈਸੋਲੇਟ ਕਰ ਦਿਓ, ਇਹਨੂੰ ਜਿਹੜੀ ਆ ਖੁਰਾਕ ਚੰਗੀ ਦਿਓ ਤੇ ਇਹਦੇ ਰੈਜ਼ਿਸਟੈਂਸ ਹੀ ਆ ਜਾਏ। ਪਿਛਲੇ ਸਾਲ ਵਾਇਰਸ ਜਿਹੜਾ ਵਾ ਉਹ ਸਾਡੀ ਝੋਨੇ ਦੀ ਫਸਲ ਤੇ ਆਇਆ। ਝੋਨੇ ਦੀ ਫਸਲ ਦੇ ਉੱਤੇ ਜਿਹੜਾ ਮਧਰਾ ਝੋਨੇ ਦਾ ਮਧਰਾਪਨ ਰੋਗ ਹੀ ਉਹਨੇ ਖਾਸ ਕਰ ਕੰਢੀ ਏਰੀਏ ਦੇ ਵਿੱਚ ਬਹੁਤ ਸਾਰੀ ਤਬਾਹੀ ਮਚਾਈ। ਤੇ ਉਹ ਵੀ ਇੱਕ ਮਤਲਬ ਕਿ ਆਪਾਂ ਪੜ੍ਹਿਆ ਵੀ ਨਹੀਂ ਹੈਗਾ ਵੀ ਵਾਇਰਸ ਜਿਹੜੀ ਆ ਉਹ ਫਸਲਾਂ ਦੇ ਉੱਤੇ ਜਿਹੜੀ ਆ ਉਹ ਅਸਰ ਕਰਦੀ ਆ, ਪਰ ਉਹ ਸਾਨੂੰ ਪ੍ਰਤੱਖ ਰੂਪ ਦੇ ਵਿੱਚ ਦਿਖੀ ਆ। ਪਿਛਲੇ ਸਾਲ ਬਹੁਤ ਸਾਰਾ ਸਾਡਾ ਕਿਸਾਨਾਂ ਦਾ ਨੁਕਸਾਨ ਜਿਹੜਾ ਇਸ ਵਾਇਰਸ ਹੋ ਗਿਆ। ਇਸ ਤੋਂ ਆਪਾਂ ਪ੍ਰਤੱਖ ਰੂਪ ਆਪਾਂ ਕਹਿ ਸਕਦੇ ਹਾਂ ਕਿ ਇਹਨੂੰ ਜਿਹੜਾ ਵਾ ਸਾਡੀ ਮੌਸਮ ਤਬਦੀਲੀਆਂ ਜਿਹੜੀਆਂ ਨੇ ਤਿੰਨਾਂ ਜਾਤਾਂ ਦੇ ਜੀਵ ਜਿਹੜੀਆਂ ਨੇ ਜੀਵ ਆ ਉਹਨਾਂ ਤੇ ਅਸਰ ਕਰ ਰਿਹਾ ਵਾ, ਤੇ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਖਤਰਾ ਜਿਹੜਾ ਵਾ ਹੋਰ ਵਧਣ ਦੀ ਸੰਭਾਵਨਾ ਵਾ। ਕਿਉਂਕਿ ਜੇ ਆਪਾਂ ਹੁਣ ਜਿਹੜੀ ਆ ਮਹੀਨੇ ਬਾਅਦ ਆਪਾਂ ਜਿਹੜੀ ਆ ਝੋਨੇ ਦੀ ਫਸਲ ਦੀ ਜਿਹੜੀ ਆ ਬਿਜਾਈ ਕਰਨੀ ਆ, ਪਨੀਰੀ ਬਿਜਾਈ ਕਰਨੀ ਆ, ਉਹ ਸਾਨੂੰ ਉਹ ਤਕਨੀਕਾਂ ਜਿਹੜੀਆਂ ਨੇ ਉਹ ਪਿਛਲੇ ਸਾਲ ਦੀ ਆਬਜ਼ਰਵੇਸ਼ਨਾਂ ਲੈ ਕੇ ਉਹ ਸਾਨੂੰ ਦੇਖਣੀਆਂ ਪੈਣਗੀਆਂ। ਫਾਰਮਰ ਨੂੰ ਅਵੇਅਰ ਕਰਨਾ ਪਊਗਾ, ਜਾਗਰੂਕ ਕਰਨਾ ਪਏਗਾ ਕਿ ਅਸੀਂ ਉਹ ਕੰਮ ਕਰੀਏ ਜਿਹਦੇ ਨਾਲ ਜਿਹੜਾ ਸਾਡੇ ਵਾਇਰਸ ਦਾ ਘੱਟੋ ਘੱਟ ਅਟੈਕ ਹੋ ਸਕੇ। ਅੱਛਾ, ਹੁਣ ਡਾਕਟਰ ਅਮਰੀਕ ਸਿੰਘ ਜੀ ਵੀ ਕਿਹੜੇ ਉਹ ਤਕਨੀਕੀ ਤਰੀਕੇ ਆਪਾਂ ਅਪਣਾਈਏ ਕਿ ਸਾਡੇ ਕਿਸਾਨ ਵੀਰ ਕਰਨ ਤਾਂ ਕਿ ਇਹ ਜਿਹੜਾ ਮੌਸਮ ਦਾ ਉਤਰਾਅ ਜਿਹੜਾ ਆਉਣ ਡਿਆ ਔਰ ਬੜਾ ਨੁਕਸਾਨ ਕਰਨ ਡਿਆ, ਕੀ ਕਰਨਾ ਚਾਹੀਦਾ ਸਾਨੂੰ? ਜੀ। ਸੋ ਇਹਦੇ ਵਿੱਚ ਜੇ ਦੇਖੀਏ ਤੇ 2010 ਦੇ ਵਿੱਚ ਫੂਡ ਐਂਡ ਐਗਰੀਕਲਚਰ ਜਿਹੜੀ ਆਰਗੇਨਾਈਜੇਸ਼ਨ ਆ ਉਹਨੇ ਹੇਗ ਵਿੱਚ ਇੱਕ ਮੀਟਿੰਗ ਹੋਈ। ਉਹਦੇ ਵਿੱਚ ਇਹਨਾਂ ਨੇ ਜਿਹੜਾ ਮੌਸਮੀ ਤਬਦੀਲੀਆਂ ਆ ਰਹੀਆਂ ਨੇ ਇਹਦਾ ਇੱਕ ਹੱਲ ਕੀ ਸੁਜੈਸ਼ਨ ਕੀਤੀ ਕਿ ਆਪਾਂ ਕਲਾਈਮੇਟ ਸਮਾਰਟ ਐਗਰੀਕਲਚਰ ਜਿਹੜੀ ਇੱਕ ਉੱਚ ਤਕਨੀਕ ਹੈ ਜਿਹੜੀ ਅਨੁਕੂਲ ਹੋਵੇ। ਸਮਾਰਟ ਐਗਰੀਕਲਚਰ ਦਾ ਮਤਲਬ ਸਮਾਰਟ ਕਲਾਈਮੇਟ ਐਗਰੀਕਲਚਰ ਦਾ ਮਤਲਬ ਹੈ ਕਿ ਉਹ ਤਕਨੀਕਾਂ ਜਿਹੜੀਆਂ ਕਿ ਫਸਲਾਂ ਦੇ ਮੌਸਮ ਦੇ ਹਿਸਾਬ ਨਾਲ ਅਨੁਕੂਲ ਹੋਣ। ਉਹਨੂੰ ਆਪਾਂ ਘਟਾਉਣਾ ਕਿਵੇਂ ਆ, ਇਫੈਕਟ ਕਿਵੇਂ ਜਿਹੜਾ ਤੁਹਾਡਾ ਪ੍ਰਭਾਵ ਉਹਨੂੰ ਕਿਵੇਂ ਘਟਾਉਣਾ ਵਾ, ਤੇ ਉਹਦੇ ਨਾਲ ਅਨੁਕੂਲ ਕਿਵੇਂ ਬਣਾਉਣਾ ਵਾ, ਕਿਉਂਕਿ ਤਾਂ ਕਿ ਜਿਹੜੀ ਤੁਹਾਡੀ ਮੰਨ ਲਓ ਉਹ ਤਕਨੀਕਾਂ ਅਪਣਾਉਣੀਆਂ ਜਿਹਦੇ ਨਾਲ ਤੁਹਾਡੀ ਮੰਨ ਲਓ ਤਾਪਮਾਨ ਵੱਧ ਵੀ ਗਿਆ ਵਾ ਤਾਂ ਵੀ ਉਹ ਸਹਾਰ ਸਕਣ। ਸੋ ਉਹ ਸਾਨੂੰ ਤਕਨੀਕਾਂ ਅਪਣਾਉਣੀਆਂ ਪੈਣੀਆਂ। ਇਹਦੇ ਵਿੱਚ ਜਿਹੜੇ ਹੈਗਾ ਜੇ ਪੰਜਾਬ ਦੀ ਗੱਲ ਕਰੀਏ ਆਪਾਂ ਜੇ ਕਣਕ ਦੇ ਵਿੱਚ ਹੀ ਗੱਲ ਕਰੀਏ ਤਾਂ ਕਣਕ ਦੇ ਵਿੱਚ ਮਲਚਿੰਗ ਟੈਕਨੀਕ ਜਿਹੜੀ ਆ ਹੈਪੀ ਸੀਡਰ ਆ, ਇਹ ਇਸ ਵੇਲੇ ਤੁਸੀਂ ਦੇਖੋ ਕਿ ਇਸ ਵੇਲੇ ਜਿਹੜਾ ਵਾ ਜਿਹੜੀ ਹੁਣ ਆ ਜਿਹੜੀਆਂ ਕੀ ਬਰਸਾਤਾਂ ਹੋਈਆਂ ਨੇ ਇਹਦੇ ਵਿੱਚ ਬਹੁਤ ਸਾਰੇ ਕਿਸਾਨਾਂ ਦਾ ਤਜਰਬਾ ਇਹ ਕਹਿ ਰਿਹਾ ਵਾ ਵੀ ਜਿੱਥੇ ਆਪਾਂ ਹੈਪੀ ਸੀਡਰ ਨਾਲ ਜਾਂ ਮਲਚਿੰਗ ਟੈਕਨੀਕ ਨਾਲ, ਜਿਹਨੂੰ ਆਪਾਂ ਸਰਫਸ ਸੀਡਿੰਗ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਨਾਲ ਦਿੱਤਾ ਗਿਆ, ਉਹਦਾ ਜਿਹੜਾ ਵਾ ਪ੍ਰਭਾਵ ਇਸ ਕਲਾਈਮੇਟ ਦਾ ਬਹੁਤ ਘੱਟ ਆ। ਵੀ ਕਣਕ ਵੀ ਖੜੀ ਆ ਤੇ ਉਹਦਾ ਜਿਹੜਾ ਅਸਰ ਵੀ ਜਿਹੜਾ ਵਾ ਉਹ ਘੱਟ ਆ ਦੂਜੀ ਬਨਸਬਤ ਕਿ ਦੂਜੀ ਜਿਹੜੀ ਆਪਾਂ ਛੱਡੇ ਨਾਲ ਬੀਜੀ ਜਾਂ ਸੁਪਰ ਸੀਡਰ ਨਾਲ ਬੀਜੀ ਆ। ਜੀ। ਸੋ ਇਹ ਜਿਹੜੀਆਂ ਤਕਨੀਕਾਂ ਜਿਹੜੀਆਂ ਨੇ ਸਾਨੂੰ ਜਿਹੜੀਆਂ ਨੇ ਅਪਣਾਉਣੀ ਪੈਣੀ। ਇਹ ਤਾਂ ਹੈਪੀ ਸੀਡਰ ਆ, ਇਹ ਤਾਂ ਬੈੱਡ ਪਲਾਂਟਿੰਗ ਆ, ਕਿਉਂਕਿ ਬੈੱਡ ਪਲਾਂਟਿੰਗ ਦਾ ਮਤਲਬ ਇਹ ਹੈ ਕਿ ਜੇ ਮੰਨ ਲਓ ਪਾਣੀ ਆ ਵੀ ਗਿਆ ਵਾ, ਜੇ ਬੈੱਡ ਦੇ ਉੱਤੇ ਆਪਾਂ ਬੀਜੀ ਕਣਕ ਬੀਜੀ ਆ ਤੇ ਪਾਣੀ ਆ ਵੀ ਗਿਆ ਤੇ ਪਾਣੀ ਜਿਹੜਾ ਵਾ ਉਹ ਖਾਲੀ 'ਚ ਰਹੇ ਤੇ ਕਣਕ ਸਾਡੀ ਬਚ ਜਾਵੇ। ਬਿਲਕੁਲ। ਸੋ ਇਹਦੇ ਵਿੱਚ ਸਾਨੂੰ ਜਿਹੜਾ ਵਾ ਜਿਹੜੀਆਂ ਤੁਹਾਡੀਆਂ ਸਮਾਰਟ ਜਿਹੜੀਆਂ ਆਪਾਂ ਤਕਨੀਕਾਂ ਜਿਹੜੀਆਂ ਨੇ ਜਿਹੜੀ ਕਲਾਈਮੇਟ ਸਮਾਰਟ ਜਿਹਦੇ ਨਾਲ ਮਤਲਬ ਕਿ ਕਲਾਈਮੇਟ ਜੇ ਮੰਨ ਲਓ ਕਿਤੇ ਕੋਈ ਤਬਦੀਲੀ ਆ ਵੀ ਗਈ ਹੈ ਤੇ ਉਹਦੇ ਨਾਲ ਸਾਨੂੰ ਕਣਕ ਦੇ ਜਾਂ ਫਸਲਾਂ 'ਤੇ ਕੋਈ ਬੁਰਾ ਪ੍ਰਭਾਵ ਨਾ ਪਵੇ। ਇਸੇ ਤਰ੍ਹਾਂ ਤੁਹਾਡੀ ਡ੍ਰਿਪ ਇਰੀਗੇਸ਼ਨ ਆ, ਤੁਪਕਾ ਸਿੰਚਾਈ ਆ, ਫੁਹਾਰਾ ਸਿਸਟਮ ਆ, ਰੇਨ ਗਨ ਜਿਹੜੀ ਤੁਪਕੀ ਸਿੰਚਾਈ ਆ। ਇਸ ਤਰ੍ਹਾਂ ਤੁਹਾਡੀ ਜਿਹੜੀ ਆਪਾਂ ਮਿੱਟੀ ਦੀ ਗੱਲ ਕਰਦੇ ਹਾਂ ਤੇ ਮਿੱਟੀ ਨੂੰ ਵੀ ਬਹੁਤ ਜ਼ਿਆਦਾ ਪ੍ਰਭਾਵ ਕਰਦੀ ਹੈ ਜਿਹੜੀਆਂ ਮੌਸਮੀ ਤਬਦੀਲੀਆਂ ਨੇ। ਉਹਨਾਂ ਵਿੱਚ ਸਾਡੀ ਜਿਹੜੀ ਖਾਦਾਂ ਦੀ ਸੰਤੁਲਿਤ ਵਰਤੋਂ ਕਰਨੀ, ਹਰੀ ਖਾਦ ਦੀ ਵਰਤੋਂ ਕਰਨੀ, ਜਿਹੜੀ ਤੁਹਾਡੀ ਹੈਗੀ ਆ ਕਣਕ ਝੋਨੇ ਦੇ ਵਿੱਚ ਮੂੰਗੀ ਬੀਜਣੀ, ਕਿਉਂਕਿ ਲੁਗਮੀਨਸ ਕਰਾਪ ਆ। ਜੇ ਆਪਾਂ ਵਾਰੀ ਇੱਕੋ ਹੀ ਸਰਕਲ ਰੱਖਾਂਗੇ ਤੁਹਾਡੀ ਜ਼ਮੀਨ ਦਾ ਜਿਹੜਾ ਵਾ ਉਹ ਵੀ ਜਿਹੜੀ ਫਰਟੀਲਿਟੀ ਉਹ ਵੀ ਉਤਪਾਦਕਤਾ ਜਿਹੜੀ ਘਟੂਗੀ। ਸੋ ਉਹਨੂੰ ਮੇਨਟੇਨ ਕਰਨ ਵਾਸਤੇ ਸਾਨੂੰ ਲਗਿਊਮਨਸ ਕਰਾਪ ਜਿਹੜੀਆਂ ਤੁਹਾਡੀ ਫਲੀਦਾਰ ਫਸਲਾਂ ਵਾ ਉਹ ਵੀ ਸਾਨੂੰ ਵਿੱਚ ਨਹੀਂ ਬੀਜਣੀਆਂ ਪੈਣਗੀਆਂ। ਇਸ ਤਰ੍ਹਾਂ ਤੁਹਾਡੀ ਜਿਹੜੀ ਆ ਗੰਨੇ ਦੀ ਫਸਲ ਆ ਉਹ ਵੀ ਸਾਨੂੰ ਜਿਹੜੀ ਆ ਉਹ ਵਾਈਡ ਸਪੇਸਿੰਗ ਦੇ ਕਰਕੇ ਉਹਦੇ ਵਿੱਚ ਜਿਹੜਾ ਕੀੜੇ ਮਕੌੜੇ ਵੀ ਘੱਟ ਆਉਣਗੇ ਤੇ ਇਸੇ ਤਰ੍ਹਾਂ ਜਿਹੜਾ ਡਿੱਗੇਗੀ ਵੀ ਘੱਟ। ਤਾਂ ਉਹ ਜਿਹੜੀ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਜਿਹੜੀਆਂ ਵੱਖ-ਵੱਖ ਫਸਲਾਂ ਦੇ ਵਿੱਚ ਜਿਹੜੀ ਤੁਹਾਡੀ ਤਕਨੀਕਾਂ ਨੇ ਜਿਹੜੀਆਂ ਕਿ ਮੌਸਮ ਦੇ ਅਨੁਕੂਲ ਅਡੈਪਟੇਸ਼ਨ ਜਿਹੜੀ ਕਰਦੀ ਹੋਵੇ ਉਹਦੇ ਮੁਤਾਬਕ ਜਿਹੜੀਆਂ ਹੋਣ ਉਹ ਸਾਨੂੰ ਅਪਣਾਉਣੀਆਂ ਪੈਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ, ਤਾਂ ਜੋ ਅਸੀਂ ਜਿਹੜਾ ਹੋਣ ਵਾਲਾ ਨੁਕਸਾਨ ਜਿਹੜਾ ਉਹਨੂੰ ਘੱਟ ਤੋਂ ਘੱਟ ਕਰ ਸਕੀਏ। ਤੁਸੀਂ ਟ੍ਰੇਨਿੰਗ ਅਫਸਰ ਹੋ, ਬਿਲਕੁਲ ਹੈ ਨਾ, ਗੁਰਦਾਸਪੁਰ 'ਚ ਸੇਵਾਵਾਂ ਨਿਭਾ ਰਹੇ ਹੋ। ਇਹ ਕੋਈ ਜਿਹੜੀਆਂ ਨਵੀਆਂ ਤਕਨੀਕਾਂ ਸਾਡੇ ਕੋਲ ਆਉਂਦੀਆਂ ਨੇ, ਬਿਲਕੁਲ ਇਹਦੇ ਬਾਰੇ ਸਾਡੇ ਜ਼ਿਮੀਂਦਾਰ ਭਰਾਵਾਂ ਨੂੰ ਜਾਣੂ ਕਰਾਉਣ ਲਈ ਕੋਈ ਖਾਸ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ? ਬਿਲਕੁਲ ਮਿੱਠਾ ਸਿੰਘ ਜੀ, ਇਹ ਬੜੀ ਵੱਡੀ ਜਿਹੜਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਆ ਇਹਦਾ ਮੁੱਖ ਕੰਮ ਹੀ ਇਹੀ ਆ ਐਕਸਟੈਂਸ਼ਨ ਸਰਵਿਸ ਦੇਣੀ। ਹੁਣ ਜਿਹੜਾ ਬਿਮਾਰ ਪਸ਼ੂ ਆ ਜਾਂ ਬਿਮਾਰ ਮਨੁੱਖ ਉਹ ਤਾਂ ਡਾਕਟਰ ਕੋਲ ਆਊਗਾ, ਪਰ ਜਿਹੜਾ ਤੁਹਾਡਾ ਫਸਲ ਆ ਜਾਂ ਤੁਹਾਡੀ ਕੋਈ ਹੋਰ ਬੂਟਾ ਵਾ ਉਹ ਜੇ ਬਿਮਾਰ ਹੋ ਗਿਆ ਤੁਹਾਨੂੰ ਉਹਦੇ ਕੋਲ ਜਾਣਾ ਪੈਣਾ ਵਾ। ਜੀ। ਇਹ ਚੱਲ ਕੇ ਨਹੀਂ ਹੋਣਾ ਹੈਗਾ। ਸੋ ਇਸ ਕਰਕੇ ਕਿਸਾਨਾਂ ਵੀਰਾਂ ਨੂੰ, ਕਿਉਂਕਿ ਖੇਤੀਬਾੜੀ ਤੇ ਕਿਸਾਨ ਭਾਈ ਵਿਭਾਗ ਵੱਲੋਂ ਜਿਹੜੇ ਸਾਡਾ ਸਟਾਫ ਆ ਜਿਹੜਾ ਫੀਲਡ ਵਿੱਚ ਕੰਮ ਕਰ ਰਿਹਾ ਉਹ ਬਹੁਤ ਕਾਬਲ ਹੈ ਇਸ ਪੱਖੋਂ। ਜੀ। ਕੋਈ ਸਾਡੇ MSc BSc PhD ਤੱਕ ਵੀ ਜਿਹੜੇ ਸਾਡੇ ADO ਸਾਹਿਬਾਨ AO ਸਾਹਿਬਾਨ ਸਾਡੇ AEO ਵੀ ਕਾਫੀ ਵਧੀਆ ਤਜਰਬੇਕਾਰ ਹੈਗੇ ਆ। ਸੋ ਉਹਨਾਂ ਦੇ ਜਿਹੜੇ ਹਰ ਇੱਕ ਫੋਕਲ ਪੁਆਇੰਟ ਤੇ ਹਰੇਕ ਬਲਾਕ ਦੇ ਵਿੱਚ ਤਾਇਨਾਤ ਨੇ। ਕਿਸਾਨ ਵੀਰਾਂ ਨੂੰ ਮੇਰੀ ਬੇਨਤੀ ਇਹੀ ਹੈ ਕਿ ਆਪਾਂ ਕਿਸੇ ਦੇ ਕਹਿਣ ਦੇ ਬਜਾਏ
ਮਤਲਬ ਕਿਸੇ ਦੇ ਕਹਿਣ ਪਏ ਕੋਈ ਗੁਆਂਢੀ ਕਹੇ ਵੀ ਨਹੀਂ ਅੱਜ ਕੱਲ੍ਹ ਕਿਉਂਕਿ ਸੋਸ਼ਲ ਮੀਡੀਆ ਜਮਾਨਾ ਬਹੁਤ ਸਾਰੇ ਟੋਟਕੇ ਜਿਹੜੇ ਆ ਜਾਂਦੇ ਆ ਉਹਨਾਂ ਨੂੰ ਮੰਨਣ ਦੀ ਬਜਾਏ ਆਪਾਂ ਮਾਹਰਾਂ ਦੇ ਨਾਲ ਸੰਪਰਕ ਕਰ ਲਈਏ। ਕ੍ਰਿਸ਼ੀ ਵਿਗਿਆਨ ਕੇਂਦਰ ਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੋਜ ਕੇਂਦਰ ਆ, ਫਾਰਮਰ ਸਲਾਹ ਕੇਂਦਰ ਆ, ਜਾਂ ਜ਼ਿਲ੍ਹਾ ਸਿਖਲਾਈ ਜਿਹੜੇ ਤੁਹਾਡੇ ਕੇਂਦਰ ਨੇ ਉਹਨਾਂ ਨਾਲ ਜਿਹੜੇ ਮਾਹਰ ਬੈਠੇ ਉਹਨਾਂ ਨਾਲ ਜ਼ਰੂਰ ਸੰਪਰਕ ਕਰੀਏ ਵੀ ਸਾਨੂੰ ਆਹ ਪ੍ਰੋਬਲਮ ਆ ਰਹੀ ਹੈ। ਉਹਨਾਂ ਤੋਂ ਆਪਾਂ ਜਾਣਕਾਰੀ ਜਿਹੜੀ ਆ ਲੈ ਸਕਦੇ ਹਾਂ। ਸਾਡੇ ਬਹੁਤ ਸਾਰੇ ਕਿਸਾਨ ਜਿਹੜੇ ਤੁਹਾਡੇ ਜਿਹੜੇ ਨੇ ਜਿਹੜੇ ਗਾਂਹ-ਵਧੂ ਕਿਸਾਨ ਨੇ ਜਿਹੜੀ ਚੰਗੀ ਤਕਨੀਕ ਅਪਣਾ ਰਹੇ ਉਹਨਾਂ ਕੋਲੋਂ ਵੀ ਆਪਾਂ ਤਕਨੀਕ ਲੈ ਸਕਦੇ ਹਾਂ। ਕਿਉਂਕਿ ਸਭ ਤੋਂ ਵੱਡੀਆ ਜਿਹੜਾ ਸਾਡਾ ਕਾਰਗਰ ਜਿਹੜਾ ਹਥਿਆਰ ਆ ਉਹ ਹੈਗੇ ਸਾਡੇ ਜਿਹੜੇ ਤੁਹਾਡੇ ਗਾਂਹ-ਵਧੂ ਕਿਸਾਨ ਨੇ, ਤੇ ਜੇ ਉਹਨਾਂ ਕੋਲ ਆਪਾਂ ਉਹਨਾਂ ਨੂੰ ਪੁੱਛ ਲਈਏ ਤਾਂ ਜ਼ਿਆਦਾ ਵਧੀਆ ਵਾ, ਉਹ ਵੀ ਸਲਾਹ ਚੰਗੀ ਦੇ ਸਕਦੇ ਆ। ਸੋ ਇਹ ਜਿਹੜੀਆਂ ਸਾਡੀਆਂ ਤਕਨੀਕਾਂ ਨੇ ਕਿਉਂਕਿ ਜਿੰਨੀਆਂ ਵੀ ਸਮਾਰਟ ਤਕਨੀਕਾਂ ਜਿਵੇਂ ਚਾਹੇ ਹੈਪੀ ਸੀਡਰ, ਚਾਹੇ DSR ਆ, ਚਾਹੇ ਜ਼ੀਰੋ ਟਿਲ ਡਰਿਲ ਆ, ਉਹਨਾਂ ਨੂੰ ਜਿਹੜੀਆਂ ਆਪਾਂ ਤਕਨੀਕਾਂ ਜਿਹੜੇ ਫਾਰਮਰ ਅਪਣਾਇਆ ਵਾ ਉਹਨਾਂ ਕੋਲ ਜ਼ਿਆਦਾ ਜਿਹੜਾ ਸਾਨੂੰ ਫਾਇਦਾ ਹੋ ਸਕਦਾ ਹੋ ਸਕਦਾ। ਬਿਲਕੁਲ ਗੱਲ ਸਹੀ ਆ। ਕਿਸਾਨ ਵੀਰੋ ਤੇ ਭੈਣੋ, ਹੱਸਦੇ ਰਹੋ, ਵਸਦੇ ਰਹੋ, ਕੰਮ ਕਰੋ, ਮਿਹਨਤ ਕਰੋ, ਥੋੜਾ ਜਿਹਾ ਧਿਆਨ ਰੱਖੋ। ਮੌਸਮ 'ਚ ਕਾਫੀ ਤਬਦੀਲੀ ਆ ਰਹੀ ਆ, ਲੋੜ ਆ ਸਾਨੂੰ ਉਹਨਾਂ ਤਕਨੀਕਾਂ ਦੇ ਨਾਲ ਚੱਲਣ ਦੀ ਜਿਹੜੀਆਂ ਡਾਕਟਰ ਸਾਹਿਬ ਨੇ ਸਾਨੂੰ ਅੱਜ ਦੱਸੀਆਂ ਨੇ। ਸੋ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ, ਵੇਖਦੇ ਰਹੋ DD ਪੰਜਾਬੀ। ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੇ ਜੈ ਹਿੰਦ ਜੀ। ਜੈ ਹਿੰਦ ਜੀ ਗੁਲਾਟੀ ਸਾਹਿਬ। ਜੈ